You are listening to the Harchinder Gill Show, Rams Punjabi, only on 1350 AM. ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ। ਸੋ ਜਿਵੇਂ ਗੱਲ ਕੀਤੀ ਸੀ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਨਾਲ ਸਾਡੀ ਫੋਨ ਲਾਈਨ ਇਸ ਵੇਲੇ ਮਿਲ ਚੁੱਕੀ ਹੈ। ਸੋ ਉਹਨਾਂ ਦੇ ਨਾਲ ਅਸੀਂ ਇੱਕ ਵਿਸ਼ੇਸ਼ ਗੱਲਬਾਤ ਕਰਨੀ ਹੈ, ਜਿੱਥੇ ਅਫਕੋਰਸ ਦਿੱਲੀ ਦੇ ਵਿੱਚ ਇਸ ਹਸਪੀਟਲ ਦੇ ਬਾਰੇ 'ਚ ਗੱਲ ਕਰਾਂਗੇ, ਜੋ ਕਿ 7 ਤਰੀਕ ਨੂੰ ਓਪਨ ਕੀਤਾ ਗਿਆ। ਬਿਗੈਸਟ ਕਿਡਨੀ ਡਾਇਲਿਸਿਸ ਹਸਪੀਟਲ, ਭਾਰਤ ਦਾ ਸਭ ਤੋਂ ਵੱਡੇ ਹਸਪੀਟਲਸ ਦੇ ਵਿੱਚੋਂ ਇੱਕ ਹਸਪੀਟਲ ਦੇ ਰੂਪ ਦੇ ਵਿੱਚ ਇਹਨੂੰ ਇਸ ਵੇਲੇ ਸ਼ੁਮਾਰ ਹੋ ਗਿਆ। ਔਰ ਨਾਲ ਜਿਹੜੀ ਇਹਦੇ 'ਚ ਖਾਸ ਗੱਲ ਇਹ ਹੈ ਕਿ ਬਿਲਕੁਲ ਫ੍ਰੀ ਆਫ ਕਾਸਟ ਇੱਥੇ ਹੁਣ ਸੇਵਾਵਾਂ ਨਿਭਾਈਆਂ ਜਾਣੀਆਂ ਨੇ। ਕੋਈ ਵੀ ਖਰਚਾ ਨਹੀਂ ਹੋਣਾ, ਬਿਲਕੁਲ ਵੀ। ਕਹਿ ਲਈ ਕਿ ਟਰੀਟਮੈਂਟ ਦੇ ਲਈ ਜਦੋਂ ਅਸੀਂ ਕਿਸੇ ਹਸਪੀਟਲ 'ਚ ਜਾਂਦੇ ਹਾਂ ਤਾਂ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਾਊਂਟਰਸ ਤੋਂ ਲੰਘਣਾ ਪੈਂਦਾ ਹੈ, ਅਤੇ ਇਸ ਹਸਪੀਟਲ ਦੀ ਖਾਸੀਅਤ ਇਹ ਹੋਣੀ ਹੈ ਕਿ ਇੱਥੇ ਕੋਈ ਵੀ ਕੈਸ਼ ਕਾਊਂਟਰ ਨਹੀਂ ਹੋਣਾ। ਸੋ ਇਹਦੇ ਬਾਰੇ 'ਚ ਗੱਲ ਕਰਾਂਗੇ, ਅਤੇ ਨਾਲ ਦੀ ਨਾਲ ਇਸ ਵੇਲੇ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਜਿਸ ਰੂਪ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਔਰ ਕੀ ਇਸ ਵੇਲੇ ਸਟੇਟਸ ਹੈ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਣ ਦੇ ਲਈ ਜਾਂ ਜਿਨ੍ਹਾਂ ਨੂੰ ਇਸ ਵੇਲੇ ਜਾਂ ਲੰਗਰ ਦੇ ਰੂਪ ਦੇ ਵਿੱਚ ਜਾਂ ਹੋਰ ਸੁੱਖ ਸਹੂਲਤਾਂ ਦੇਣ ਦੇ ਰੂਪ ਦੇ ਵਿੱਚ ਇਸ ਵੇਲੇ ਗੁਰਦੁਆਰਾ ਕਮੇਟੀ ਕੀ ਕੰਮ ਕਰ ਰਹੀ ਹੈ। ਇਹ ਸਾਰੇ ਵਿਚਾਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਸਿਰਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਿਰਸਾ ਸਾਹਿਬ, ਪਹਿਲਾਂ ਤਾਂ ਸ਼ੁਰੂਆਤ ਦੇ ਵਿੱਚ ਹੀ ਜਿਵੇਂ ਆਪਣੀ ਆਫ ਦੀ ਏਅਰ ਵੀ ਕੱਲ੍ਹ ਵੀ ਗੱਲ ਹੋ ਰਹੀ ਸੀ ਕਿ ਅਕਸਰ ਅਸੀਂ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਜਦੋਂ ਸਾਡੇ ਧਾਰਮਿਕ ਅਦਾਰਿਆਂ ਦਾ ਰੈਫਰੈਂਸ ਆਉਂਦਾ ਹੈ, ਧਾਰਮਿਕ ਅਦਾਰਿਆਂ ਦੀ ਗੱਲ ਚੱਲਦੀ ਹੈ, ਤਾਂ ਜਿੱਥੇ ਸੇਵਾ ਭਾਵਨਾ ਦੀ ਗੱਲ ਚੱਲਦੀ ਹੈ, ਜਿੱਥੇ ਸਿਧਾਂਤਕ ਰੂਪ ਦੇ ਵਿੱਚ ਵੰਡ ਛਕਣ ਦੀ, ਕਿਰਤ ਕਰਨ ਦੀ ਔਰ ਸੇਵਾ ਕਰਨ ਦੀ ਭਾਵਨਾ ਦੀ ਗੱਲ ਚੱਲਦੀ ਹੈ, ਤਾਂ ਉੱਥੇ ਇੱਕ ਹਮੇਸ਼ਾ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਇਸ ਗੱਲ ਨੂੰ ਵੀ ਛੇੜਦੇ ਰਹੇ ਨੇ ਕਿ ਹੁਣ ਸਾਨੂੰ ਨੈਕਸਟ ਸਟੈਪ ਦੇ ਵੱਲ ਨੂੰ ਜਾਣਾ ਚਾਹੀਦਾ। ਨੈਕਸਟ ਸਟੈਪ ਚਾਹੇ ਉਹ ਬੱਚਿਆਂ ਦੀ ਐਜੂਕੇਸ਼ਨ ਨਾਲ ਰਿਲੇਟਡ ਹੋਵੇ, ਚਾਹੇ ਉਹ ਸਿਹਤ ਸੰਭਾਲ ਨਾਲ ਸੰਬੰਧਿਤ ਹਸਪੀਟਲਸ ਨਾਲ ਸੰਬੰਧਿਤ ਹੋਵੇ, ਤਾਂ ਉਹਦੇ ਲਈ ਇੱਕ ਬਹੁਤ ਵੱਡੀ ਪਹਿਲ ਕਦਮੀ ਕੀਤੀ ਗਈ ਹੈ। ਤੁਹਾਡੇ ਸ਼ਬਦਾਂ 'ਚ ਹੀ ਪਹਿਲਾਂ ਮੈਂ ਥੋੜ੍ਹਾ ਜਿਹਾ ਓਪਨਿੰਗ ਰਿਮਾਰਕਸ ਚਾਹਾਂਗਾ ਤੁਹਾਡੇ ਤੋਂ ਵੀ ਇਹ ਸਾਰੇ ਕਾਸੇ ਦੇ ਲਈ ਤੁਸੀਂ ਕੀ ਸੋਚ ਰਹੇ ਹੋ? ਨਹੀਂ, ਚਲੋ ਜੀ, ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਹ ਹਸਪੀਟਲ ਬੜੇ ਸਾਲਾਂ ਤੋਂ ਬੰਦ ਸੀਗਾ। ਇਹ ਜਦੋਂ ਦਾ ਬਣਿਆ ਹੁੰਦਾ ਕਦੀ ਖੁੱਲ੍ਹ ਨਹੀਂ ਸਕਿਆ, ਵਿਵਾਦਾਂ 'ਚ ਰਿਹਾ। ਪਹਿਲਾਂ ਪਰਮਜੀਤ ਸਿੰਘ ਸਰਨਾ ਸਾਹਿਬ ਦੇ ਟਾਈਮ 'ਤੇ ਜਦੋਂ ਇਹਨੂੰ ਵੇਚ ਦਿੱਤਾ ਗਿਆ, ਫਿਰ ਕੋਰਟਾਂ ਕਚਹਿਰੀਆਂ 'ਚ ਗਏ, ਸਟੇ ਲਏ, ਮੁਕੱਦਮੇ ਦਰਜ, ਬਹੁਤ ਕੁਛ ਹੋਇਆ। ਟੂ ਕੱਟ ਸ਼ਾਰਟ, ਇਹ 5 ਸਾਲ ਪਹਿਲਾਂ ਇਨਫੈਕਟ ਇਹ ਹਸਪੀਟਲ ਜਿਹੜਾ ਸੀ 14 ਕਰੋੜ ਰੁਪਇਆ ਦੇ ਕੇ ਤੇ ਵਾਪਸ ਲਿਆ ਸੀਗਾ, ਜਿਹਨਾਂ ਨਾਲ ਡਿਸਪਿਊਟ ਸੀਗਾ, ਪ੍ਰਾਈਵੇਟ ਕੰਪਨੀ BL ਕਪੂਰ। ਉਸ ਤੋਂ ਬਾਅਦ ਜਿਹੜੇ ਸੀ ਉਹ ਵੀ ਲੈ ਸਕੇ ਔਰ ਨਹੀਂ ਇਸ ਉੱਤੇ ਕੰਮ ਕਰ ਸਕੇ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਇਆ ਕਿਰਪਾ ਰਹਿਮਤ ਸਦਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਸੀ, ਉਸ ਵੇਲੇ ਅਸੀਂ ਅਰਦਾਸ ਕਰਕੇ ਤੇ ਸੰਗਤਾਂ ਦੇ ਕੋਲ ਉੱਥੇ ਅਨਾਊਂਸਮੈਂਟ ਕੀਤੀ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆਊਗਾ, ਉਸ ਤੋਂ ਪਹਿਲਾਂ ਇਸ ਹਾਲ ਦਾ ਹਸਪੀਟਲ ਨੂੰ ਹਰਾਂ ਵਿੱਚ ਚਾਲੂ ਕਰਨਾ, ਇੱਕ ਬਲਾਕ ਨੂੰ। ਔਰ ਇਹਦੇ ਦੌਰਾਨ ਕੋਵਿਡ ਵੀ ਆ ਗਿਆ, ਕੋਰੋਨਾ ਦਾ ਬਹੁਤ ਬੜਾ ਜਿਹੜਾ ਮਾਰ ਪਈ, ਲੇਕਿਨ ਫਿਰ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਰ ਤੇ ਕੀਤੀ ਅਰਦਾਸ ਤੇ ਸਦਕੇ ਇਹ ਹੁਣ ਹਸਪੀਟਲ ਦੇਸ਼ ਦਾ ਜਿੱਥੇ ਸਭ ਤੋਂ ਵੱਡਾ ਕਿਡਨੀ ਡਾਇਲਿਸਿਸ ਹਸਪੀਟਲ ਆ, ਉੱਥੇ ਹੀ ਇੱਕ ਮਾਤਰ ਐਸਾ ਹਸਪੀਟਲ ਆ ਜਿਹਦੇ ਅੰਦਰ ਕੋਈ ਬਿਲਿੰਗ ਕਾਊਂਟਰ ਵੀ ਨਹੀਂ, ਟੋਟਲੀ ਫ੍ਰੀ ਸਰਵਿਸ ਆ ਲੋਕਾਂ, ਜ਼ਰੂਰਤਮੰਦ ਲੋਕਾਂ ਦੇ ਵਾਸਤੇ। ਇਹਨੂੰ ਖੁੱਲ੍ਹੇ ਨੂੰ ਕੇਵਲ 2 ਦਿਨ ਹੋਏ ਨੇ ਔਰ ਲਾਈਨਾਂ ਲੱਗੀਆਂ ਹੋਈਆਂ ਨੇ ਰਜਿਸਟ੍ਰੇਸ਼ਨ ਕਰਾਉਣ ਵਾਲੇ ਦੀਆਂ। ਔਰ ਅੱਜ ਸਾਨੂੰ ਵਿਦਿਨ 2 ਡੇਜ਼ ਰਜਿਸਟ੍ਰੇਸ਼ਨ ਬੰਦ ਕਰਨੀ ਪਈ ਕਿਉਂਕਿ ਇਨਫ ਸਾਡੇ ਕੋਲ ਕੇਸਿਸ ਨੇ। ਔਰ ਇਹ ਜਿਹੜਾ ਹੈ ਮਾਨਵਤਾ ਦੀ ਸੇਵਾ ਦੇ ਵਾਸਤੇ ਬਹੁਤ ਵੱਡੀ ਪਹਿਲ ਕਦਮੀ ਆ। ਜਿਹੜੇ TV ਚੈਨਲ ਸਾਨੂੰ ਪਰਸੋਂ ਤੱਕ ਗਾਲਾਂ ਕੱਢ ਰਹੇ ਸੀਗੇ, ਉਹ ਹੁਣ TV ਚੈਨਲਾਂ 'ਤੇ ਬੈਠ ਕੇ ਆਰਾਧਨਾ ਕਰ ਰਹੇ ਨੇ। ਭਾਵੇਂ ਕੋਈ ਨੈਸ਼ਨਲ ਚੈਨਲ ਹੋਵੇ ਅੱਜ ਸਾਡੇ ਇੰਡੀਆ ਦਾ, ਉਹ ਕਹਿਣ ਨੂੰ ਮਜਬੂਰ ਹੋ ਰਿਹਾ। ਔਰ ਮਜਬੂਰ ਕੋਈ ਐ ਨਹੀਂ ਹੈਗਾ ਕਿ ਐਵੇਂ ਇੱਕ ਲਾਈਨ ਕਹਿ ਦਿੱਤੀ, 5-5 ਮਿੰਟ ਦੀਆਂ ਸਟੋਰੀਆਂ ਜਿਹੜੇ ਨੇ ਸਾਰੇ ਚੈਨਲ ਚਲਾ ਰਹੇ ਨੇ ਕਿ ਦੇਖੋ ਸਿੱਖਾਂ ਦੀ ਸੇਵਾ। ਸੋ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਸਦਕੇ ਇੱਕ ਬਹੁਤ ਵੱਡੀ ਕੌਮ ਦੀ, ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਦਿੱਲੀ, ਦੇਸ਼ ਔਰ ਦੁਨੀਆ ਭਰ ਦੇ ਸਿੱਖਾਂ ਦੀ ਇੱਕ ਬਹੁਤ ਵੱਡੀ ਉਪਲਬਧੀ ਆ ਕਿ ਜਦੋਂ ਮਾਨਵਤਾ ਨੂੰ ਇੰਨੀ ਵੱਡੀ ਲੋੜ ਆ। ਡਾਇਲਿਸਿਸ ਇੱਕ ਐਸੀ ਚੀਜ਼ ਆ ਜਿਹੜੀ 3 ਦਿਨ ਵਾਸਤੇ ਬੰਦੇ ਨੂੰ ਜਾਨ ਦਿੰਦੀ ਆ। ਇੱਕ ਮਸ਼ੀਨ ਜਿੱਥੇ ਤੁਹਾਡਾ ਖੂਨ ਸਾਫ਼ ਕੀਤਾ ਜਾਂਦਾ, ਜੇ 3 ਦਿਨ ਬਾਅਦ ਨਾ ਕੀਤਾ ਜਾਵੇ ਤੇ 2-4 ਦਿਨਾਂ ਦੇ ਅੰਦਰ ਉਹ ਬੰਦੇ ਦੀ ਜਿਹੜੀਆਂ ਕਿਡਨੀਆਂ ਟੋਟਲੀ ਫੇਲ ਹੋ ਜਾਂਦੀਆਂ ਨੇ, ਉਹ ਖਤਮ ਹੋ ਜਾਂਦਾ ਹੈ। ਸੋ ਇੱਕ ਤਰ੍ਹਾਂ ਦਾ 3 ਦਿਨ ਦੀ ਸਾਹ ਦੇਣ ਵਾਲੀ ਮਸ਼ੀਨ ਆ, 3 ਦਿਨ ਦੀ ਜਾਨ ਦੇਣ ਵਾਲੀ ਮਸ਼ੀਨ ਆ, ਜਾਂ 3 ਦਿਨ ਦੀ ਉਮਰ ਦੇਣ ਵਾਲੀ ਮਸ਼ੀਨ ਆ। ਸੋ ਇਹਦੀ ਬਹੁਤ ਲੋਕਾਂ ਦੇ ਉੱਤੇ ਇਹਨਾਂ ਦੇ ਘਰ ਵਿਕ ਜਾਂਦੇ ਨੇ, ਲੋਕਾਂ ਦਾ ਸਭ ਕੁਝ ਵਿਕ ਜਾਂਦਾ ਹੈ, ਲੇਕਿਨ ਇਲਾਜ ਦੇ ਚੱਲਦੇ ਹੋ ਨਹੀਂ ਪਾਉਂਦਾ। ਇਹ ਬਹੁਤ ਇਹਦੀ ਲੋੜ ਸੀ ਸੇਵਾ ਦੇ ਅੰਦਰ, ਤੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਇਹ ਸੇਵਾ ਵੀ ਜਿਹੜੀ ਆ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਿੱਖਾਂ ਦੇ ਸਿਆ ਜੀ।
ਸੋ ਸਿਰਸਾ ਸਾਹਿਬ, ਇੱਕ ਵਾਰੀ ਫਿਰ ਜਿੱਥੇ ਅਸੀਂ ਆਪਣੇ ਚੈਨਲ ਦੇ ਬਿਹਾਫ 'ਤੇ, ਆਪਣੇ ਪ੍ਰੋਗਰਾਮ ਦੇ ਬਿਹਾਫ 'ਤੇ ਇਸ ਗੱਲ ਦੇ ਲਈ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ, ਔਰ ਅਕਸਰ ਗੱਲ ਇਹੀ ਹੁੰਦੀ ਹੈ ਕਿ ਜਿੱਥੇ ਸਿਫਤ ਕਰਨੀ ਚਾਹੀਦੀ ਹੈ ਉਹ ਕਰਨੀ ਚਾਹੀਦੀ ਹੈ। ਸੋ ਤੁਸੀਂ ਇਨੀਸ਼ੀਏਟਿਵ ਲਿਆ, ਸੋ ਤੁਹਾਡੀ ਇਸ ਗੱਲ ਦੇ ਲਈ ਪੂਰੀ ਗੁਰਦੁਆਰਾ ਕਮੇਟੀ ਦੇ ਲਈ ਅਸੀਂ ਜਿੱਥੇ ਸ਼ੁਭਕਾਮਨਾਵਾਂ, ਮੁਬਾਰਕਬਾਦ ਔਰ ਆਪਣੇ ਵੱਲੋਂ ਰਿਗਾਰਡਸ ਭੇਜਦੇ ਹਾਂ। ਉੱਥੇ ਨਾਲ ਕਈ ਵਾਰੀ ਇਹ ਵੀ ਹੁੰਦਾ ਕਿ ਸਿਰਸਾ ਸਾਹਿਬ, ਜਦੋਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਜਾਂਦਾ ਤਾਂ ਅਫਕੋਰਸ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੁਛ ਜਿਹੜੇ ਲੋਕ ਨੇ ਉਹ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਫਿਰ ਸਿਫਤ ਕਰਨੀ ਪੈਣੀ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਉਹ ਫਿਰ ਨੁਕਸ ਲੱਭਣ ਦੀ ਵੀ ਕੋਸ਼ਿਸ਼ ਕਰਨਗੇ। ਕੁਛ ਲੋਕਾਂ ਨੂੰ ਇਹ ਬਹਾਨਾ ਲੱਭਣਾ ਚਾਹੀਦਾ ਹੋਏਗਾ ਕਿ ਕੋਈ ਨਾ ਕੋਈ ਇਹਦੇ ਵਿੱਚ ਕੋਈ ਫਲॉज ਲੱਭੇ ਜਾਣ, ਕੋਈ ਨਾ ਕੋਈ ਇਹੋ ਜਿਹੀ ਕੜੀ ਲੱਭੀ ਜਾਵੇ ਜਿਹਦੇ ਕਰਕੇ ਇਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਵਾਦਾਂ ਦੇ ਵਿੱਚ ਲੈ ਕੇ ਆਇਆ ਜਾਵੇ। ਤੁਸੀਂ ਸੋਚਦੇ ਹੋਵੋ ਕੋਈ ਇਸ ਤਰ੍ਹਾਂ ਦੀ ਗੱਲ, ਜਿਵੇਂ ਅਕਸਰ ਕਈ ਵਾਰ ਜਿਹੜੇ ਇਸ ਤਰ੍ਹਾਂ ਦੇ ਅਦਾਰੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਕਹਿ ਲਈਏ ਕਿ ਇੱਕ ਗੱਲ ਛਿੜ ਜਾਂਦੀ ਹੈ ਕਿ ਯਾਰ ਇੱਥੇ ਵੀ ਸਿਫਾਰਿਸ਼ ਚੱਲਣ ਲੱਗ ਪਈ ਹੈ, ਚਾਹੇ ਸਾਡੇ ਗੁਰਦੁਆਰਾ ਕਮੇਟੀਆਂ ਦੀ ਗੱਲ ਕਰ ਲਈਏ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਚੈਰੀਟੇਬਲ ਸੰਸਥਾਵਾਂ ਦੀ ਗੱਲ ਕਰ ਲਈ, ਕੀ ਕੋਈ ਇੱਥੇ ਇਸ ਤਰ੍ਹਾਂ ਦਾ ਤਾਂ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਸਾਹਮਣਾ ਕਰਨਾ ਪਏਗਾ ਕਿ ਜਿਵੇਂ ਤੁਸੀਂ ਕਿਹਾ ਕਿ ਬੁਕਿੰਗ ਆਲਰੇਡੀ ਬੰਦ ਕਰਨੀ ਪਈ ਹੈ, ਅਤੇ ਫਿਊਚਰ 'ਚ ਕਿਤੇ ਇਹ ਨਾ ਹੋਵੇ ਕਿ ਸਿਫਾਰਿਸ਼ਾਂ ਦੇ ਨਾਲ ਬੁਕਿੰਗ ਹੋਣ ਲੱਗ ਜਾਵੇ ਜਾਂ ਅੰਡਰ ਦੀ ਟੇਬਲ ਕਿਸੇ ਤਰੀਕੇ ਦੇ ਨਾਲ ਇੱਥੇ ਇਹਨੂੰ ਇਸ ਤਰ੍ਹਾਂ ਵਰਤਿਆ ਜਾਣ ਲੱਗੇ? ਨਹੀਂ, ਦੇਖੋ ਐਸਾ ਤਾਂ ਨਹੀਂ ਕੋਈ ਹੋਏਗਾ, ਲੇਕਿਨ ਇੱਕ ਗੱਲ ਜਿਹੜੀ ਰਿਐਲਿਟੀ ਆ, ਸੱਚੀ ਗੱਲ ਆ, ਉਹ ਵੀ ਨਹੀਂ ਛੁਪਾਈ ਜਾ ਸਕੇਗੀ ਕਿ ਅਲਟੀਮੇਟਲੀ ਜੇ ਹੁਣ ਕੱਲ ਕੋਈ ਸਿੰਘ ਸਭਾ ਆਏ, ਕੋਈ ਗੁਰਦੁਆਰਾ ਆਏ, ਕੋਈ ਸਿੱਖ ਉੱਥੋਂ ਆਉਂਦਾ ਹੈ, ਉਹ ਆਪਣਾ ਆ ਕੇ ਸਿੱਖ ਪਰਿਵਾਰ ਆਉਂਦਾ, ਉਹ ਕਹਿੰਦਾ ਜੀ ਮੇਰੀ ਡਾਇਲਿਸਿਸ ਕਰੋ, ਤੇ ਦੇਖੋ ਉਹਨੂੰ ਆਊਟ ਆਫ ਦੇ ਵੇ ਜਾ ਕੇ ਐਡਜਸਟ ਕਰਨਾ ਪਊਗਾ। ਆਖਰ ਫਿਰ ਵੀ ਸਿੱਖਾਂ ਦੀ ਸੰਸਥਾ, ਉਹਨੂੰ ਕਹਿੰਦੇ ਇਗਨੋਰ ਨਹੀਂ ਕੀਤਾ ਜਾ ਸਕੇਗਾ। ਸੋ ਉਸ ਚੀਜ਼ ਨੂੰ ਵੀ ਇਤਨੀ ਹੋ ਸਕਦਾ ਨਾ ਕਿ ਅਸੀਂ ਸਾਰੇ ਦੇਸ਼ ਦੀ ਜਦੋਂ ਦੁਨੀਆ ਦੀ ਸੇਵਾ ਕਰਦੇ ਹਾਂ, ਸਾਡਾ ਕੋਈ ਆਪਣਾ ਭਰਾ ਹੀ ਰਹਿ ਜੇ, ਉਹਦੀ ਭਾਵੇਂ ਆਊਟ ਆਫ ਦੇ ਵੇ ਜਾਣਾ ਪਵੇ, ਭਾਵੇਂ ਕਿਸ ਤਰ੍ਹਾਂ ਵੀ ਕਰਨਾ ਪਵੇ, ਲੇਕਿਨ ਉਹਨੂੰ ਅਸੀਂ ਛੱਡ ਨਹੀਂ ਸਕਦੇ। ਇਹ ਜ਼ਰੂਰ ਇੱਕ ਗੱਲ ਹੋਊਗੀ। ਲੇਕਿਨ ਇਹਦੇ ਇਲਾਵਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਨੂੰ 2 ਸਾਲ ਹੋ ਗਏ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਮਹਾਨ ਸੇਵਾ ਨਿਭਾਉਂਦੇ ਹੋਏ। ਕਿਸੇ ਵੀ ਇੱਕ ਮਸਲੇ ਅੰਦਰ ਵੀ ਕੋਈ ਨਹੀਂ ਕਹਿ ਸਕਦਾ, ਕਿਸੇ ਭਰਤੀ ਅੰਦਰ, ਕਿਸੇ ਰੱਖਣ ਅੰਦਰ ਕੋਈ ਐਸਾ ਇਸ਼ੂ ਹੀ ਆਇਆ ਹੀ ਨਹੀਂ, ਕੋਈ ਬੋਲਣ ਜੋਗਾ ਹੀ ਨਹੀਂ ਹੈਗਾ ਕਦੀ ਵੀ, ਕਿਉਂਕਿ ਸਾਡੀ ਭਾਵਨਾ ਨੇ ਆਪਾਂ ਇਸ ਪਰਪਸ ਵਾਸਤੇ ਇੱਥੇ ਨਹੀਂ ਆਏ ਹੈਗੇ। ਜੇ ਆਪਣੇ ਇੰਨੀ ਛੋਟੀ ਵਾਸਤੇ ਆਏ ਆ ਵੀ ਇੱਕ ਬੰਦੇ ਨੂੰ ਟ੍ਰਾਂਸਫਰ ਕਰ ਦਿਓ, ਇੱਕ ਬੰਦੇ ਨੂੰ ਅੰਡਰ ਟੇਬਲ ਇਲਾਜ ਕਰਾ ਦਿਓ, ਤੇ ਬੰਦੇ ਦੀ ਸੋਚ ਬਹੁਤ ਛੋਟੀ ਆ। ਤੇ ਗੁਰੂ ਘਰ ਦੀ ਬਹੁਤ ਵੱਡੀ ਮਹਾਨ ਸੇਵਾ, ਜਿੰਨੀ ਵੱਡੀ ਸੇਵਾ ਉਨੀ ਵੱਡੀ ਸੋਚਣਾ ਵੀ ਕਰਨੀ ਪਊਗੀ। ਅੱਛਾ, ਜਿਹੜੇ ਇਹਦੀਆਂ ਸਰਵਿਸਿਜ਼ ਨੇ ਸਰ, ਇਹ 24 ਘੰਟੇ 7 ਦਿਨ ਹੋਣਗੀਆਂ ਓਪਨ, ਜਾਂ ਕੋਈ ਫਿਕਸ ਟਾਈਮਿੰਗਸ ਹੋਣਗੇ, ਜਾਂ ਕਿਸ ਤਰ੍ਹਾਂ ਹੋਣਾ ਜੀ? ਨਹੀਂ, 7 ਦਿਨ ਤੇ ਹੈਗੀਆਂ ਸੀ, ਲੇਕਿਨ ਅਸੀਂ ਇਹ ਸੋਚਿਆ ਸੀ ਪਹਿਲਾਂ 1-1.5 ਮਹੀਨਾ, ਮਤਲਬ 1-1.5 ਮਹੀਨੇ ਇਨਫੈਕਟ ਇਹ ਸੋਚਿਆ ਸੀ 6 ਮਹੀਨੇ ਘੰਟੇ ਵੀ ਕਰਾਂਗੇ। ਸੌਰੀ, ਤੁਹਾਡੀ ਨਾ ਜੀ ਆਵਾਜ਼ ਕੱਟੀ ਗਈ ਸੀ, ਰਿਪੀਟ ਕਰ ਦਿਓ ਪਲੀਜ਼। ਹਾਂਜੀ, ਪਹਿਲਾਂ ਅਸੀਂ ਸੋਚਿਆ ਸੀ ਕਿ ਇਹਨੂੰ 6 ਮਹੀਨੇ ਜਿਹੜਾ ਇਹ ਅਸੀਂ ਸਿਰਫ 12 ਘੰਟੇ ਚਲਾਵਾਂਗੇ 7 ਦਿਨ। ਹਾਂਜੀ, ਲੇਕਿਨ ਹੁਣ ਜਿੰਨੀ ਡਿਮਾਂਡ ਦਿਖਦੀ ਪਈ ਆ, ਲੱਗਦਾ ਹੈ ਕਿ 24 ਘੰਟੇ ਜਿਹੜਾ ਮਹੀਨੇ ਦੇ ਅੰਦਰ ਅੰਦਰ ਹੀ 24 ਘੰਟੇ ਦੀ ਇਹਦੀ ਸ਼ਡਿਊਲ ਚਲਾਉਣੀ ਪੈਣੀ ਹੈ, 24 ਘੰਟੇ ਹੀ ਚਲਾਉਣਾ ਪੈਣਾ ਹੈ। ਠੀਕ ਹੈ ਜੀ। ਅੱਛਾ, ਜਿਹੜੇ ਸਟਾਫ ਦੀ ਗੱਲ ਕਰੀਏ ਸਰ, ਜਿਹੜੇ ਉੱਥੇ ਹੋਣਗੇ, ਉਹਨਾਂ ਦੇ ਬਾਰੇ 'ਚ ਕੁਝ ਦੱਸਣਾ ਚਾਹੋ, ਕਿਸ ਤਰੀਕੇ ਦੇ ਨਾਲ ਚੋਣ ਕੀਤੀ ਜਾਣੀ ਹੈ, ਜਾਂ ਕੀ ਪੈਮਾਨਾ ਹੋਏਗਾ ਉਹਦੇ ਬਾਰੇ 'ਚ? ਦੇਖੋ, ਡਾਕਟਰਾਂ ਦਾ ਟੀਮ ਦਾ ਕੰਮ ਆ, ਉਹਦੇ 'ਚ ਤਾਂ ਮੇਰੀ ਇਨਵੋਲਵਮੈਂਟ ਨਹੀਂ ਹੈਗੀ। ਉਹ ਤੇ ਇੱਕ ਸਾਡੇ ਡਾਕਟਰ ਰਿਹਾਨ ਨੇ, ਇੱਕ ਸਾਡੇ ਸਿੱਖ ਡਾਕਟਰ ਨੇ ਜਿਹੜੇ ਵੋਲੰਟੀਅਰਲੀ ਸਾਡੇ ਕੋਲ ਇੱਥੇ ਟਾਈਮ ਦਿੰਦੇ ਨੇ। ਉਹ ਵੈਸੇ ਲੇਡੀ ਹਾਰਡਨ ਦੇ ਸਰਕਾਰੀ ਹਸਪੀਟਲ 'ਚ ਡਾਕਟਰ ਨੇ, ਬਹੁਤ ਸੀਨੀਅਰ, ਔਰ ਉਹ ਸਾਨੂੰ ਇੱਥੇ ਹੈਲਪ ਦਿੰਦੇ ਨੇ। ਇਸੇ ਤਰ੍ਹਾਂ ਡਾਕਟਰ ਗਰੇਵਾਲ ਨੇ ਜਿਹੜੇ ਸਾਡੇ ਲਈ ਸਾਨੂੰ ਹੈਲਪ ਕਰਦੇ ਨੇ। ਸੋ ਇਸ ਤਰ੍ਹਾਂ ਦੇ ਕਈ ਡਾਕਟਰਾਂ ਦੀ ਟੀਮ ਹੈਗੀ ਆ ਜਿਹੜੀ ਸਾਨੂੰ ਵੋਲੰਟੀਅਰ ਵੀ ਆ ਕੇ ਟਾਈਮ ਦੇ ਕੇ ਸਾਡੀ ਹੈਲਪ ਕਰਾਉਂਦੇ ਨੇ। ਡਾਕਟਰ ਮਨਦੀਪ ਨੇ, ਇਹ ਸਭ ਲੋਕ ਉਹੀ ਤੈਅ ਕਰਦੇ ਨੇ ਵੀ ਸਾਨੂੰ ਬਹੁਤ ਜਾਣਕਾਰੀ ਰੱਖਦੇ ਨੇ, ਜੋ ਫੈਸਲਾ ਕਰ ਦਿੰਦੇ ਨੇ ਉਹਦੇ ਤੇ ਅਸੀਂ ਮੋਹਰ ਲਾ ਦਿੰਦੇ ਹਾਂ। ਠੀਕ ਹੈ ਜੀ। ਸੋ ਦੋਸਤੋ, ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, ਸਾਡੇ ਨਾਲ ਇਸ ਵੇਲੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰੀ, ਜਿਹੜੇ ਕਿ ਪ੍ਰੈਜ਼ੀਡੈਂਟ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਅਤੇ ਔਰ ਹੌਸਪੀਟਲ ਜੋ ਡਾਇਲਿਸਿਸ ਹੌਸਪੀਟਲ ਓਪਨ ਹੋਇਆ ਦਿੱਲੀ ਦੇ ਵਿੱਚ 7 ਮਾਰਚ ਨੂੰ, ਉਹਦੇ ਬਾਰੇ 'ਚ ਵਿਸ਼ੇਸ਼ ਗੱਲਬਾਤ ਲੈ ਕੇ ਸਾਡੇ ਨਾਲ ਇਸ ਵੇਲੇ ਜੁੜੇ ਨੇ। ਅਤੇ ਸਿਰਸਾ ਸਾਹਿਬ, ਮੈਂ ਥੋੜ੍ਹਾ ਜਿਹਾ ਹੋਰ ਤੁਹਾਡੇ ਤੋਂ ਇਨਫੋਰਮੇਸ਼ਨ ਲੈਣੀ ਚਾਹਾਂਗਾ ਕਿ ਅਗਰ ਇੱਥੇ ਕੈਨੇਡਾ ਦੇ ਵਿੱਚ, ਟੋਰਾਂਟੋ 'ਚ ਜਾਂ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਬੈਠੇ ਪਰਿਵਾਰ ਅਗਰ ਆਪਣੇ ਵੱਲੋਂ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋਣ, ਕੀ ਸੋਰਸਿਸ ਕੀ ਹੋਣਗੇ ਇਸ ਹੌਸਪੀਟਲ ਤੱਕ ਆਪਣੀ ਚੈਰਿਟੀ ਦੇ ਤਰੀਕੇ ਦੇ ਨਾਲ, ਜਾਂ ਆਪਣੇ ਵੱਲੋਂ ਡੋਨੇਸ਼ਨ ਦੇ ਰੂਪ ਦੇ ਵਿੱਚ ਅਗਰ ਕੋਈ ਯੋਗਦਾਨ ਪਾਉਣਾ ਤਾਂ ਕੀ ਤਰੀਕਾ ਹੋਏਗਾ? ਬਿਲਕੁਲ ਜੀ, ਮੈਂ ਸਭ ਨੂੰ ਜ਼ਰੂਰ ਕਹੂੰਗਾ ਕਰਨਾ ਚਾਹੀਦਾ, ਕਿਉਂਕਿ ਇਹ ਤੁਹਾਡੇ ਯੋਗਦਾਨ ਸਦਕੇ ਚੱਲਣਾ ਹੈ। ਔਰ ਜਿਹੜਾ ਸਾਡਾ ਬੈਂਕ ਅਕਾਊਂਟ ਆ, ਗੁਰੂ ਸਾਹਿਬ ਦੀ ਕਿਰਪਾ ਸਦਕੇ ਸਾਨੂੰ ਇਹ ਵੀ ਬਹੁਤ ਸਾਲਾਂ ਦੇ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਸਾਨੂੰ ਇਜਾਜ਼ਤ ਦਿੱਤੀ ਆ। ਬਹੁਤ ਸਾਰੇ ਪਹਿਲਾਂ ਵੀ ਕੋਸ਼ਿਸ਼ਾਂ ਕਰਦੇ ਰਹੇ, ਲੇਕਿਨ ਸੰਭਵ ਨਹੀਂ ਹੋਈਆਂ। ਲੇਕਿਨ ਪਿਛਲੇ 2 ਸਾਲਾਂ 'ਚ ਜਿਸ ਤਰ੍ਹਾਂ ਕਰੋਨਾ ਦੇ ਵੇਲੇ ਵੀ ਮਹਾਨ ਸੇਵਾਵਾਂ ਕੀਤੀਆਂ, ਅੱਜ ਦੇਸ਼ ਦੀ ਸਭ ਤੋਂ ਸਸਤੀ ਦਵਾਈਆਂ ਦੀ ਦੁਕਾਨ ਵੀ ਅਸੀਂ ਚਲਾਉਂਦੇ ਹਾਂ, ਜਗ੍ਹਾ ਜਗ੍ਹਾ ਬੰਗਲਾ ਸਾਹਿਬ, ਨਾਨਕਪੁਰ ਸਾਹਿਬ, ਬਾਕੀ ਜਗ੍ਹਾ ਤੇ। ਸੋ ਸਰਕਾਰਾਂ ਨੂੰ ਇਹ ਗੱਲ ਸਮਝ ਆਈ, ਔਰ ਉਹਨਾਂ ਨੇ ਸਾਨੂੰ ਅੱਜ ਹੀ ਅਜੇ ਸਾਨੂੰ ਜਿਹੜਾ ਇਹ ਕਿਹਨੂੰ ਕਹਿੰਦੇ ਨੇ, ਜਿਹੜਾ ਫੋਰਨ FCRA ਫੋਰਨ ਜਿਹੜੀ ਆ ਫੰਡਸ ਵਾਸਤੇ ਪਰਮਿਸ਼ਨ ਹੁੰਦੀ ਅਲਾਓ ਕੀਤੀ ਆ। ਸੋ ਅਸੀਂ ਆਪਣੀ ਬੈਂਕ ਡਿਟੇਲ ਜਿਹੜੀ ਆ ਉਹ ਜ਼ਰੂਰ ਹਰ ਜਗ੍ਹਾ ਪਾਈ ਆ, ਮੇਰੇ ਡਿਜੀਟਲ ਮੀਡੀਆ ਪਲੇਟਫਾਰਮ ਤੇ ਵੀ ਸ਼ੇਅਰ ਕਰਾਂਗੇ ਅਸੀਂ। ਤੇ ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ
ਪੇਜਿਸ ਨੇ ਔਰ ਉਹਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਕਰ ਸਕਦੇ ਜੇ। ਤੇ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਇਹ ਆਪ ਜੀ ਦੀਆਂ ਸੇਵਾਵਾਂ ਸਦਕੇ ਹੀ ਆ ਇੱਕ ਮੌਕਾ ਹੈ ਔਰ ਕਮਿਊਨਿਟੀ ਦੇ ਵਾਸਤੇ ਇੱਕ ਬਹੁਤ ਨੂੰ ਚਲਾਈਏ, ਜਿੰਨਾਂ ਨੂੰ ਮਿਲ ਜੁਲ ਕੇ ਯੋਗਦਾਨ ਪਾਈਏ। ਉਹਦੇ ਨਾਲ ਹੀ ਅਗਲਾ ਫੇਸ ਵੀ ਹਸਪੀਟਲ ਦਾ ਬਹੁਤ ਵੱਡਾ ਹੈ, 550 ਬੈੱਡ ਦਾ ਹਸਪੀਟਲ ਆ, ਇਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਜਾ ਕੇ ਅਗਲੇ ਫੇਸ ਨੂੰ ਚਾਲੂ ਕਰਨਾ। ਸੋ ਆਪ ਸੰਗਤਾਂ ਦਾ ਸਹਿਯੋਗ ਮਿਲਦਾ ਰਹੇ, ਇਸੇ ਸਦਕੇ ਹੀ ਚਾਲੂ ਹੋਏਗਾ। ਅੱਛਾ, ਇਸ ਫੇਸ 'ਚ ਕਿੰਨੇ ਬੈੱਡਸ ਨੇ ਜੀ? ਇਹ 101 ਬੈੱਡ ਨੇ ਜੀ। ਫਿਲਹਾਲ ਵੀ ਇਹ ਇੰਡੀਆ ਦਾ ਸਭ ਤੋਂ ਵੱਡਾ ਸੈਂਟਰ ਹੈ, ਇਸ ਤੋਂ ਵੱਡਾ ਕੋਈ ਹਸਪੀਟਲ ਅਜੇ ਕਿਤੇ ਅਗਲੇ ਸਾਲ 4 ਬੈੱਡ ਲੈ ਕੇ ਜਾਈਏ। ਸਰ ਸਾਹਿਬ ਤੁਹਾਡੀ ਨਾ ਰੇਂਜ ਥੋੜ੍ਹੀ ਜਿਹੀ ਥੋੜ੍ਹਾ ਜਿਹਾ ਬ੍ਰੇਕ ਹੋ ਰਹੀ ਹੈ ਜੀ, ਆਵਾਜ਼ ਰੇਂਜ ਦਾ ਥੋੜ੍ਹਾ ਇਸ਼ੂ ਆ ਰਿਹਾ, ਤੁਸੀਂ ਪਲੀਜ਼ ਦੇਖ ਲਿਓ ਜਰਾ। ਹਾਂਜੀ, ਹੈਲੋ। ਮੈਂ ਕਿਹਾ ਜੀ ਅਸੀਂ ਹੈਲੋ ਹਾਂਜੀ ਹਾਂਜੀ, ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ 36,000 ਬੈੱਡ ਤੱਕ ਲੈ ਕੇ ਜਾਈਏ। ਅੱਛਾ, ਵੈਰੀ ਗੁੱਡ, ਬਹੁਤ ਵਧੀਆ ਜੀ। ਸੋ ਦੋਸਤੋ, ਇਸ ਵੇਲੇ ਅਸੀਂ ਜਿਵੇਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਨੇ ਵੀ ਗੱਲ ਕੀਤੀ ਹੈ, ਸੋ ਤੁਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਇਹਨਾਂ ਦੇ ਸੋਰਸਿਸ ਨੂੰ, ਔਰ ਸਿਰਸਾ ਸਾਹਿਬ ਮੈਂ ਰਿਕੁਐਸਟ ਕਰਾਂਗਾ ਜੇਕਰ ਤੁਸੀਂ ਹੋ ਸਕੇ ਉਹ ਸਾਰੇ ਦੇ ਸਾਰੇ ਲਿੰਕਸ ਜਾਂ ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਫਲਾਇਰ ਜਾਂ ਪੋਸਟਰ ਬਣੇ ਹੋਏ ਨੇ ਉਹ ਮੈਨੂੰ ਵੀ ਜ਼ਰੂਰ ਫਾਰਵਰਡ ਕਰ ਦਿਓ। ਅਸੀਂ ਆਪਣੇ ਵੀ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਸ਼ੇਅਰ ਕਰ ਦਿਆਂਗੇ ਤਾਂ ਕਿ ਇੱਥੇ ਅਗਰ ਕੋਈ ਸਾਡਾ ਸਰੋਤਾ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਤਾਂ ਉਹ ਵੀ ਆਪਣੇ ਵੱਲੋਂ ਕੰਟਰੀਬਿਊਟ ਕਰ ਸਕਣ। ਅਤੇ ਅੱਛਾ, ਜਿਹੜੀ ਟਰਾਂਸਪੇਰੈਂਸੀ ਦੀ ਗੱਲ ਕਰੀਏ ਸਰ, ਥੋੜ੍ਹਾ ਜਿਹਾ ਜਦੋਂ ਕੋਈ ਡੋਨੇਸ਼ਨਸ ਆਉਣੀਆਂ ਨੇ, ਬਹੁਤਾ ਰੌਲਾ ਕਈ ਵਾਰੀ ਇਹੀ ਗੱਲ ਦਾ ਪੈਂਦਾ ਕਿ ਜਿਹੜੇ ਫੰਡਸ ਨੇ ਉਹਨਾਂ ਨੂੰ ਮੈਨੇਜ ਨਹੀਂ ਪ੍ਰੋਪਰ ਕੀਤਾ ਗਿਆ। ਥੋੜ੍ਹਾ ਦੱਸਣਾ ਚਾਹੋ ਉਸ ਪੁਆਇੰਟ ਤੋਂ ਕਿਵੇਂ ਤਿਆਰੀ ਕੀਤੀ ਗਈ ਹੈ ਜੀ? ਅਸੀਂ ਸਾਰਾ ਕੁਝ ਆਨਲਾਈਨ ਪਾਉਂਦੇ ਹਾਂ ਜੀ। ਜਿਹੜੀ ਡੋਨੇਸ਼ਨ ਆਉਂਦੀ ਉਹ ਵੀ ਅਸੀਂ ਇਨਫੋਰਮੇਸ਼ਨ ਆਨਲਾਈਨ ਸਾਰੀ ਆਪਣੇ ਡਿਜੀਟਲ ਅਕਾਊਂਟਸ ਤੇ ਪਾਉਂਦੇ ਹਾਂ, ਔਰ ਜੋ ਅਸੀਂ ਖਰਚਾ ਕਰਦੇ ਹਾਂ ਉਹ ਵੀ ਸਾਰਾ ਦਾ ਸਾਰਾ ਆਨਲਾਈਨ ਵੀ, ਔਰ ਸਾਰੇ ਗੁਰੂ ਘਰਾਂ ਦੇ ਅੰਦਰ ਜਦੋਂ ਦੇ ਪ੍ਰਬੰਧਾਂ ਦੀ ਸੇਵਾ ਦਾਸ ਨੂੰ ਮਿਲੀ ਆ, ਅਸੀਂ ਤੇ ਇਹ ਸਿਸਟਮ ਹੀ ਬੜਾ ਕਲੀਅਰ ਕਰ ਦਿੱਤਾ ਕਿ ਜੋ ਵੀ ਖਰਚਾ ਉਹ ਵੀ ਸਾਹਮਣੇ ਚੰਗੋਹਾਰ ਗੁਰਦੁਆਰੇ ਦੇ ਪਲੇਟਫਾਰਮ ਤੇ ਵੀ, ਔਰ ਆਪਣੇ ਜਿਹੜੇ ਪਲੇਟਫਾਰਮਸ ਨੇ ਡਿਜੀਟਲ ਮੀਡੀਆ ਉਹਨਾਂ ਦੇ ਉੱਤੇ ਵੀ, ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ ਇਸ ਵੇਲੇ ਦੇਸ਼ ਦੇ ਸਭ ਤੋਂ ਵੱਡੇ ਡਿਜੀਟਲ ਪਲੇਟਫਾਰਮ ਨੇ। ਸਾਡੇ ਸਾਰੇ YouTube ਦੇ ਪੇਜਿਸ ਨੇ, ਸਾਰੇ ਸਾਡੇ Facebook ਦੇ ਪੇਜਿਸ ਨੇ, ਸਾਰੇ Instagram ਦੇ ਉੱਤੇ ਜਿੰਨੇ ਗੁਰੂ ਘਰ ਨੇ, ਔਰ ਬਹੁਤ ਸਾਡੀ ਵੱਡੀ ਰੀਚ ਵੀ ਆ। ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਜੋ ਕੁਝ ਵੀ ਸੰਗਤਾਂ ਦਾ ਹੈਗਾ ਉਹ ਸਾਹਮਣੇ ਲਿਆਂਦਾ ਜਾਵੇ, ਉਹ ਟ੍ਰਾਂਸਪੇਰੈਂਸੀ ਅੰਦਰ ਹਰੇਕ ਨੂੰ ਪਤਾ ਹੋਵੇ। ਠੀਕ ਹੈ ਜੀ। ਸੋ ਦੋਸਤੋ, ਅਗਰ ਤੁਸੀਂ ਵੀ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਆਪਾਂ 1-2 ਮਿੰਟ ਦੇ ਲਈ ਸਿਰਸਾ ਸਾਹਿਬ ਜੇ ਇਜਾਜ਼ਤ ਦਿਓ, ਜੇ ਸਾਡਾ ਕੋਈ ਸਰੋਤਾ ਗੱਲ ਕਰਨੀ ਚਾਹੇ ਤਾਂ ਆਪਾਂ 1-2 ਕਾਲਸ ਵੀ ਜ਼ਰੂਰ ਲਵਾਂਗੇ। ਸਾਨੂੰ ਕੋਈ ਦਿੱਕਤ ਨਹੀਂ। ਹਾਂਜੀ, ਸੋ 905-601-1350 ਤੇ ਦੋਸਤੋ ਤੁਸੀਂ ਅਗਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਨਾਲ ਕੋਈ ਗੱਲ ਕਰਨੀ ਚਾਹੋ ਜਾਂ ਇਸ ਉਪਰਾਲੇ ਦੇ ਲਈ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣੀਆਂ ਚਾਹੋ ਤਾਂ 905-601-1350 ਤੇ ਤੁਸੀਂ ਕਾਲ ਕਰ ਸਕਦੇ ਹੋ। ਤਾਂ ਮੀਨ ਟਾਈਮ ਸਿਰਸਾ ਸਾਹਿਬ ਮੈਂ ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ ਕਿ ਇਸ ਵੇਲੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜੇ ਅਲੱਗ-ਅਲੱਗ ਦਿੱਲੀ ਦੇ ਬਾਰਡਰਸ ਦੇ ਉੱਪਰ ਕਿਸਾਨ ਬੈਠੇ ਨੇ, ਉਹਨਾਂ ਦੇ ਵਿੱਚ ਇਸ ਵੇਲੇ ਗੁਰਦੁਆਰਾ ਕਮੇਟੀ ਵੱਲੋਂ ਕਿਸ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ? ਦੇਖੋ, ਸਾਰੀਆਂ ਸੇਵਾਵਾਂ ਐਜ਼ ਇਟ ਇਜ਼ ਪਿਛਲੇ 100 ਦਿਨ ਤੋਂ ਚੱਲ ਰਹੀਆਂ। 90 ਦਿਨ ਹੋ ਗਏ, 91 ਦਿਨ ਹੋ ਗਏ ਨੇ। ਪਹਿਲੇ ਦਿਨ ਤੋਂ ਲੰਗਰ ਦੀਆਂ ਸੇਵਾਵਾਂ ਨੇ, ਪਹਿਲੇ ਦਿਨ ਤੋਂ ਰਹਿਣ ਦੀਆਂ ਸੇਵਾਵਾਂ ਨੇ, ਪਹਿਲੇ ਦਿਨ ਤੋਂ ਮੈਡੀਕਲ ਦੀਆਂ ਸੇਵਾਵਾਂ ਨੇ। ਜੋ ਰੋਜ਼ ਮਰੋਜ਼ਾ ਦੀਆਂ ਚੀਜ਼ਾਂ ਦੀਆਂ ਲੋੜ ਆ ਉਹ ਆ, ਚਾਹੇ ਉਹ ਸਾਬਣ ਹੋਵੇ, ਤੇਲ ਹੋਵੇ, ਕੱਪੜੇ ਹੋਵੇ, ਜਿਹੜੀ ਵੀ ਰੋਜ਼ਮਰਾ ਦੀ ਚੀਜ਼ ਆ, ਸਭ ਐਜ਼ ਇਟ ਇਜ਼ ਸਾਡੀਆਂ ਪਿਛਲੇ 90 ਦਿਨ ਤੋਂ ਜਿੱਦਣ ਤੋਂ ਕਿਸਾਨ ਆਏ ਨੇ ਵੀਰ, ਅਸੀਂ ਉਦਣ ਤੋਂ ਹੀ ਨਿਰੰਤਰ ਉਹਨਾਂ ਦੀ ਸੇਵਾ 'ਚ, ਔਰ ਸਾਰੇ ਬਾਰਡਰਾਂ ਦੀ। ਠੀਕ ਹੈ ਜੀ। ਅਤੇ ਅੱਗੇ ਚੱਲ ਕੇ ਆਪਾਂ ਥੋੜ੍ਹਾ ਜਿਹਾ ਪੁੱਛਾਂਗੇ ਇਸ ਵੇਲੇ ਕਿ ਜਿਹੜੇ ਅਲੱਗ-ਅਲੱਗ ਜੇਲ੍ਹਾਂ ਦੇ ਅੰਦਰ ਕਿਸਾਨ ਜਾਂ ਨੌਜਵਾਨਾਂ ਨੂੰ ਡੱਕਿਆ ਗਿਆ ਸੀ, ਉਹਨਾਂ ਦੇ ਬਾਰੇ ਵਿੱਚ ਵੀ ਤੁਸੀਂ ਕਾਫੀ ਪਹਿਲ ਕਦਮੀ ਕੀਤੀ ਅਤੇ ਕਾਫੀ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰਿਹਾ ਕਰਾਉਣ 'ਚ ਵੀ ਯੋਗਦਾਨ ਨਿਭਾਇਆ। ਉਹਦੀ ਗੱਲ ਵੀ ਕਰਾਂਗੇ, ਪਰ ਆਪਣੇ ਨਾਲ ਹੁਣ 1-2 ਕਾਲਰਸ ਨੇ, ਆਪਾਂ ਉਹ ਵੀ ਕਾਲਸ ਵੀ ਨਾਲ ਹੀ ਲੈ ਲੈਂਦੇ ਹਾਂ। ਹਾਂਜੀ, ਗੁਰਨੇਕ ਟਰਾਂਸਪੋਰਟ ਲਿਖਿਆ ਆ ਰਿਹਾ ਜੀ ਤੁਹਾਡਾ ਨਾਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਸਰ? ਗੁਰਨੇਕ ਸਰਸਾ ਸਾਹਿਬ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਰਸਾ ਸਾਹਿਬ, ਮੇਰੀ ਤਾਂ ਇੱਕੋ ਗੱਲ ਆ ਜੀ। ਮੈਂ ਕਿਹਾ ਵੀ ਪਹਿਲਾਂ ਤੁਹਾਡੇ ਬਾਰੇ ਜਾਣੀ ਕਿ ਸਾਡੇ ਦਿਮਾਗ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਸੀਗਾ, ਪਰ ਹੁਣ ਜਦੋਂ ਤੋਂ ਤੁਸੀਂ ਕਿਸਾਨਾਂ ਦੇ ਨਾਲ ਜੁੜੇ ਆ, ਤੁਹਾਡਾ ਬਹੁਤ ਬਹੁਤ ਸਲੂਟ ਆ ਤੁਹਾਨੂੰ। ਵੀ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਤੁਸੀਂ। ਥੈਂਕ ਯੂ ਬਹੁਤ ਬਹੁਤ ਜੀ। ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਜੀ, ਗੁਰਮੀਤ ਅਗਲੇ ਕਾਲਰ ਨੇ ਜੀ ਸਾਡੇ। ਦੋਸਤੋ, ਤੁਸੀਂ ਵੀ ਅਗਰ ਗੱਲ ਕਰਨੀ ਹੈ ਤਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨਾਲ ਸਾਡੀਆਂ 1-2 ਕਾਲਸ ਇਸ ਵੇਲੇ ਖਾਲੀ ਨੇ। 905-601-1350 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰੀ ਇਸ ਵੇਲੇ ਸਾਡੇ ਨਾਲ ਨੇ। ਨੈਕਸਟ ਕਾਲਰ ਗੁਰਮੀਤ। ਹਾਂਜੀ ਗੁਰਮੀਤ ਜੀ, ਤੁਸੀਂ ਸੁਣਦੇ ਹੋ? ਸਤਿ ਸ੍ਰੀ ਅਕਾਲ ਵੀਰ ਜੀ। ਸਿਰਸਾ ਉਹਨਾਂ ਨੂੰ ਵੈਲਕਮ, ਉਹਨਾਂ ਦੇ ਆਏ ਨੇ ਆਪਣੇ ਨਾਲ ਗੱਲ ਕਰਨ। ਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਫੋਨ ਕਰ ਰਿਹਾ ਜੀ 25 ਸਾਲਾਂ ਦੇ ਵਿੱਚ। ਪਰ ਮੈਂ ਓਨੈਸਟਲੀ ਜਿਹੜੇ ਪਹਿਲੇ ਕਰ ਲੱਗੇ ਕਿ ਉਹਨਾਂ ਵਾਂਗੂ ਮੈਂ ਵੀ ਇਹਨਾਂ ਦੇ ਗੀਤ ਦੀ ਜਿਹੜੀ ਪਾਰਟੀ ਦਾ ਕੋਈ ਏਦਾਂ ਸੀਗਾ, ਪਰ ਮੈਂ ਓਨੈਸਟਲੀ ਇਹਨਾਂ ਦਾ ਫੈਨ ਹੋ ਗਿਆ। ਮੈਂ ਇਹਨਾਂ ਨੂੰ ਬਹੁਤ ਲਾਈਕ ਕਰਦਾ ਤੇ ਮੈਂ ਇਹਨਾਂ ਲਈ ਮੈਸੇਜ ਵੀ ਕਾਫੀ ਕਰਦੇ ਹੁੰਦੇ ਆ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ। ਮਹਾਰਾਜ ਇਹਨਾਂ ਨੂੰ ਏਦਾਂ ਹੀ ਰੱਖਣਾ ਨਾ, ਬਹੁਤ ਇਹਨਾਂ ਨੂੰ ਬਹੁਤ ਵਧੀਆ ਕੰਮ ਕਰਦੇ। ਵੈਰੀ ਗੁੱਡ, ਬਹੁਤ ਮਿਹਰਬਾਨੀ ਸਰ, ਥੈਂਕ ਯੂ। ਨੈਕਸਟ ਕਾਲ 'ਤੇ ਚੱਲਾਂਗੇ। ਪਰ ਸਿਰਸਾ ਸਾਹਿਬ, ਜਿਹੜੀ ਗੱਲ ਇਹਨਾਂ ਨੇ ਕਹੀ ਕਿ ਤੁਹਾਡੀ ਪੋਲੀਟੀਕਲ ਐਫੀਲੀਏਸ਼ਨ ਨੂੰ ਲੈ ਕੇ ਕਾਫੀ
ਦੁਬਿਧਾ 'ਚ ਰਹੇ ਨੇ ਲੋਕ। ਪਹਿਲਾਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਬਾਕੀ ਪੋਲੀਟੀਸ਼ੀਅਨਸ ਦੀ ਤਰ੍ਹਾਂ ਸ਼ਾਇਦ ਤੁਸੀਂ ਵੀ ਸਿਰਫ ਪੋਲੀਟੀਕਲ ਅਪਰੋਚ ਦੇ ਨਾਲ ਹੀ ਤੁਰੇ ਹੋਏ ਹੋ। ਕੀ ਕਮੈਂਟ ਕਰੋਗੇ? ਫਿਰ ਅਗਲੀ ਕਾਲ 'ਤੇ ਚੱਲਦੇ ਹਾਂ। ਨਹੀਂ ਭਾਜੀ, ਦੇਖੋ ਚਲੋ ਤੇ ਦੇਖੋ ਕੋਈ ਗੱਲ ਨਹੀਂ, ਜਦੋਂ ਅਸੀਂ ਆਪਣੀ ਗੱਲ ਸ਼ਾਇਦ ਸਮਝਾਉਣ 'ਚ ਨਾਕਾਮ ਰਹੇ ਹੋਵਾਂਗੇ ਤਾਂ ਹੀ ਲੋਕਾਂ ਨੂੰ ਕਨਫਿਊਜ਼ਨ ਆਊ। ਬਾਕੀ ਅਸੀਂ ਹਮੇਸ਼ਾ ਹੀ ਕਮਿਊਨਿਟੀ ਵਾਸਤੇ ਖੜੇ। ਕੋਈ ਪਹਿਲੀ ਵਾਰ ਨਹੀਂ, ਦਿੱਲੀ ਦੇ ਅੰਦਰ, ਦੇਸ਼ ਦੇ ਅੰਦਰ, ਤੇ ਜਿਹੜੇ ਵੀ ਦੇਸ਼ 'ਚ ਲੋਕ ਵਸਦੇ, ਮੈਨੂੰ ਪਤਾ ਕਿ ਜਦੋਂ ਵੀ ਕਿਤੇ ਮੁਸੀਬਤ ਆਈ ਆ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਰਦਾਸ ਉਹਨਾਂ ਜਾ ਕੇ ਖੜਾ ਹੋਇਆ, ਪਾਰਟੀ ਤੋਂ ਉੱਪਰ ਉੱਠ ਕੇ ਤੱਕ ਦਿੱਲੀ ਦੇ ਅੰਦਰ BJP ਦੀ ਸਰਕਾਰ ਸੀਗਾ ਔਰ ਮੈਂ MLA, ਸਾਡੀ ਭਾਈਵਾਲੀ ਪਾਰਟੀ ਸੀ, ਲੇਕਿਨ ਉਸ ਦੇ ਬਾਵਜੂਦ ਜੋ ਸਾਡੇ ਮੁਕਰੀ ਨਗਰ ਸਿੱਖ ਤੇ ਹਮਲਾ ਹੋਇਆ, ਅਸੀਂ ਡਟ ਕੇ ਖੜੇ ਔਰ ਕੇਂਦਰ ਦੀ ਸਰਕਾਰ ਦੀ ਗ੍ਰਹਿ ਮੰਤਰੀ ਸਾਹਿਬ ਅਸੀਂ ਮੋਰਚਾ ਖੋਲ੍ਹਿਆ ਔਰ ਸਾਰੀ ਪੁਲਿਸ ਦੇ ਅਫਸਰ ਜਿਹੜੇ ਸੀ ਉਹ ਡਿਸਮਿਸ ਕਰਾਏ ਨੌਕਰੀਆਂ ਤੋਂ। ਅਸੀਂ ਕਦੀ ਵੀ ਆਪਣੀ ਕਮਿਊਨਿਟੀ ਦੇ ਪਿੱਛੇ ਅਮਨ ਔਰ ਮਰਨ ਵਾਲੇ ਲੋਕ ਹਾਂ ਜੀ। ਨੈਕਸਟ ਕਾਲ 'ਤੇ ਚੱਲਦੇ ਹਾਂ ਜੀ। 905 601 1350 ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨਾਲ ਅਗਰ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਆਪਾਂ 2-3 ਮਿੰਟ ਹੋਰ ਗੱਲ ਕਰਾਂਗੇ ਤੇ ਫਿਰ ਇਹਨਾਂ ਤੋਂ ਇਜਾਜ਼ਤ ਲੈ ਲੈਣੀ ਹੈ। ਜਸ ਬਰਾੜ ਸਾਹਿਬ ਨੇ ਜੀ ਨੈਕਸਟ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਾਹਿਬ ਨੂੰ। ਹਾਂਜੀ, ਵਾਕਿਆ ਹੀ ਜਿੱਦਾਂ ਨਾ ਪਹਿਲਾਂ 2 ਕਾਲਰਾਂ ਨੇ ਕਾਲ ਕੀਤੀ ਆ ਤੇ ਮੈਂ ਵੀ ਸੇਮ ਹੀ ਉਦਾਂ ਹੀ ਵਿਚਾਰ ਰੱਖਦਾ, ਕਿਉਂਕਿ ਤੁਹਾਡਾ ਪਹਿਲਾਂ ਜਿੱਦਾਂ ਨਾ ਲਾ ਲਈਏ ਆਪਾਂ ਪਾਰਟੀ ਲੈਵਲ ਤੇ ਲਾ ਲਿਆ ਜਾਂ ਕਾਫੀ ਕੰਟਰੋਵਰਸੀ ਰਹੀ ਆ ਤੇ ਉਹਦੇ ਕਰਕੇ ਨਾ ਮੈਂ ਵੀ ਈਵਨ ਕਿ ਪੋਸਟ ਪਾਈ ਸੀ, ਗਿੱਲ ਸਾਹਿਬ ਨੇ ਵੀ ਦੇਖੀ ਹੋਣੀ ਹੈ ਨਾ ਫੇਸਬੁੱਕ ਤੇ ਜੀ, ਤੇ ਮੈਂ ਨਾ ਉੱਥੇ ਨਾਂ ਨਹੀਂ ਤੁਹਾਡਾ ਮੈਂਸ਼ਨ ਕੀਤਾ ਸੀਗਾ, ਰਾਈਟ ਆ। ਤੇ ਪਰ ਹੁਣ ਜਿੱਦਾਂ ਤੁਹਾਡੀ ਗੱਲਬਾਤ ਸੁਣੀ ਆ ਬਹੁਤ ਚੰਗਾ ਲੱਗਦਾ ਤੇ ਮਨੋ ਇਹੀ ਆ ਕਾਮਨਾ ਕਿ ਤੁਸੀਂ ਫਿਊਚਰ 'ਚ ਵੀ ਏਦਾਂ ਹੀ ਰਹੋ, ਕਿਉਂਕਿ ਉਹਦੇ 'ਚ ਚੇਂਜ ਨਾ ਆਇਓ ਤਾਂ ਕਿ ਇਹਦਾ ਐਡਵਾਂਟੇਜ ਨਾ ਉੱਤੇ ਆ ਜਾਵੇ। ਤੇ ਇਹਦੇ 'ਚ ਤੁਸੀਂ ਦੇਖੋ ਕਿੰਨੀ ਲੋਕ ਤੁਹਾਡੀ ਰਿਸਪੈਕਟ ਕਰਨਗੇ, ਇੱਕ ਕਿੱਡਾ ਵੱਡਾ ਤੁਹਾਡਾ ਕਿਰਦਾਰ ਬਣੂਗਾ। ਤੇ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਖਰੇ ਉਤਰੋਗੇ ਤੇ ਤੁਹਾਨੂੰ ਸਲੂਟ ਆ। ਬਹੁਤ ਸੋਹਣਾ ਕੰਮ ਕੀਤਾ ਤੁਸੀਂ। ਮਿਹਰਬਾਨੀ ਬਰਾੜ ਸਾਹਿਬ, ਸ਼ੁਕਰੀਆ ਜੀ, ਥੈਂਕ ਯੂ ਜੀ। ਸਿਰਸਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੋ ਆਸ਼ੀਰਵਾਦ ਦੇਣਗੇ, ਦੇਖੋ ਬੰਦੇ ਦੇ ਅੱਜ ਕੁਛ ਨਹੀਂ, ਨਾਨਕ ਦੇ ਆਸ਼ੀਰਵਾਦ ਸਦਕੇ ਆ। ਗੁਰੂ ਸਾਹਿਬ ਇਸੇ ਤਰ੍ਹਾਂ ਰਹਿਮ ਕਿਰਪਾ ਤਰਸ ਕਰਨ ਸਾਡੇ ਤੇ, ਇਸੇ ਤਰ੍ਹਾਂ ਡਟ ਕੇ ਖੜਾ ਰਹਾਂਗੇ ਆਪਣੇ। ਆਉਣ ਵਾਲੇ ਸਮੇਂ 'ਚ ਸਰ ਸਾਹਿਬ ਤੁਹਾਡਾ ਪੋਲੀਟੀਕਲੀ ਕੀ ਪਲੈਨਿੰਗ ਹੈ ਜੀ? ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਟਾਈਮ 'ਚ ਵਿਚਰਨਾ ਹੈ ਜੀ? ਦੇਖੋ ਜੀ, ਕੋਈ ਬੰਦੇ ਦੀ ਪਲੈਨਿੰਗ ਕੰਮ ਨਹੀਂ ਆਉਂਦੀ। ਮੈਂ ਤੇ ਕਿਸੇ ਹੋਰ ਲਾਈਨ ਦਾ ਆਦਮੀ ਸੀਗਾ, ਪਰ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ, ਇਹ ਸੇਵਾ 'ਚ ਆ ਗਏ ਆ। ਹੁਣ ਇਲੈਕਸ਼ਨ ਫੇਰ ਆਊਗੀ, ਹੁਣ ਥੋੜੇ ਦਿਨਾਂ 'ਚ ਹੋਰ 2-4-5 ਮਹੀਨਿਆਂ ਬਾਅਦ ਜਦੋਂ ਵੀ ਇਲੈਕਸ਼ਨ ਆਊਗੀ ਲੜਾਂਗੇ। ਜਿੱਥੇ ਸੰਗਤ ਦੀ ਸੇਵਾ ਦਾ ਮੌਕਾ ਦਊਗੀ ਸੇਵਾ ਕਰਾਂਗੇ, ਜੇ ਸੰਗਤ ਕਿਸੇ ਹੋਰ ਨੂੰ ਦਊਗੀ ਉਹ ਕਰੂਗੀ। ਇਹ ਦੇਖੋ ਗੁਰੂ ਦੀ ਸੇਵਾ ਹੈ, ਜਿਹਨੂੰ ਸੰਗਤ ਨੇ ਦੇਣਾ ਉਹਨੂੰ ਮਿਲ ਜਾਣੀ ਆ, ਜਿਹੜੀ ਮਿਲੂਗੀ ਤੇ ਉਹ ਸੇਵਾ ਨਿਭਾਵਾਂਗੇ। ਰਾਈਟ। ਅੱਛਾ, ਹੁਣ ਥੋੜ੍ਹਾ ਜਿਹਾ ਇਸ ਤੋਂ ਪਹਿਲਾਂ ਕਿ ਅਗਲੀ ਕਾਲ 'ਤੇ ਚੱਲੀਏ, ਤੁਸੀਂ ਜੇਕਰ ਜਿਹੜੇ ਇਸ ਵੇਲੇ ਕਿਸਾਨੀ ਅੰਦੋਲਨ ਦੇ ਦੌਰਾਨ ਜਾਂ ਖਾਸ ਤੌਰ ਦੇ ਉੱਤੇ 26 ਜਨਵਰੀ ਨੂੰ ਜੋ ਸਾਰਿਆਂ ਨੂੰ ਪਤਾ ਜੀ ਕੀ ਘਟਨਾ ਵਾਪਰੀ, ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੂੰ ਜਾਂ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਥੋੜ੍ਹਾ ਜਿਹਾ ਬਰੀਫ ਕਰਨਾ ਚਾਹੋ ਉਸ ਪੁਆਇੰਟ 'ਤੇ, ਕੀ ਸਟੇਟਸ ਹੈ ਇਸ ਵੇਲੇ ਤੇ ਤੁਸੀਂ ਕਿਵੇਂ ਹੈਲਪ ਕਰ ਰਹੇ ਹੋ ਜਾਂ ਕੀ ਹੋਰ ਅਗਲੇ ਆਉਣ ਵਾਲੇ ਵਿਉਂਤਬੰਦੀ ਕੀ ਹੈ? ਦੇਖੋ, ਹੁਣ ਤੱਕ 132 ਲੋਕਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਨੇ ਜਿਹੜੇ ਜੇਲ੍ਹਾਂ ਦੇ ਅੰਦਰ ਸੀਗੇ ਔਰ ਤਕਰੀਬਨ 14 ਦੇ ਆਸ-ਪਾਸ ਉਹਨਾਂ ਲੋਕਾਂ ਦੀ ਜ਼ਮਾਨਤਾਂ ਕਰਾਈਆਂ ਜਿਨ੍ਹਾਂ ਨੂੰ ਪੁਲਿਸ ਅਰੈਸਟ ਕਰਨ ਨੂੰ ਕਰਦੀ ਸੀ। ਅਰੈਸਟ ਕੋਈ ਵੀ ਬੰਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਪਹੁੰਚਿਆ ਕਿਸਾਨ ਜਥੇਬੰਦੀ ਵੱਲੋਂ ਜਾਂ ਕਿਸਾਨ ਕੋਈ ਸਾਡਾ ਵੀ, ਉਹਨੂੰ ਅਸੀਂ ਅੱਜ ਤੱਕ ਅਰੈਸਟ ਨਹੀਂ ਹੋਣ ਦਿੱਤਾ। ਇੱਕ ਗੱਲ ਜੀ। ਦੂਜੀ ਗੱਲ ਹੈ, ਇਹ ਜਿਹੜੇ ਲੋਕ ਛੜਾਏ ਨੇ ਇਹਨਾਂ 'ਚੋਂ 7 ਲੋਕਾਂ ਨੇ ਜ਼ਮਾਨਤਾਂ ਜਿਹੜੀਆਂ ਸੀ ਉਹਨਾਂ ਦੇ ਪਰਿਵਾਰ ਦੇ ਲੋਕਾਂ ਨੇ ਲਗਾਈਆਂ ਸੀਗੀਆਂ। ਬਾਕੀ 125 ਜ਼ਮਾਨਤਾਂ ਜਿਹੜੀਆਂ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਹੀ ਕਰਾਈਆਂ, ਸਾਰੇ ਦੇ ਸਾਰੇ ਵਕੀਲ ਸਾਹਿਬਾਂ ਨੇ ਕਰਾਈਆਂ ਨੇ। ਔਰ ਜਿੱਥੇ ਲੋੜ ਪਈ ਹੈ ਗੁਰੂ ਸਾਹਿਬ ਦੇ ਤਰਸ ਸਦਕੇ ਉਹਨਾਂ ਵੀਰਾਂ ਦੀਆਂ FDਆਂ ਵੀ ਕਰਾ ਕੇ ਉਹਨਾਂ ਦੀ ਜਿਹੜੀ ਸ਼ੋਰਟੀ ਬਾਉਂਡ ਆ ਉਹ ਵੀ ਜਮ੍ਹਾਂ ਕਰਾਏ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਸੀ ਔਰ ਬਹੁਤ ਪਰਿਵਾਰਾਂ ਦਾ ਨਹੀਂ ਸੀ, ਬੜੀ ਦਿੱਕਤ ਅੰਦਰ ਸੀ। ਔਰ ਹੁਣ ਕੇਵਲ 12-13 ਲੋਕ ਐਸੇ ਰਹਿ ਗਏ ਨੇ ਜਿਨ੍ਹਾਂ ਦੀਆਂ ਜ਼ਮਾਨਤਾਂ ਅਜੇ ਪੈਂਡਿੰਗ ਨੇ, ਕਿਉਂਕਿ ਉਹਨਾਂ ਦੇ ਕੇਸਿਸ ਜਿਹੜੇ ਸੀਗੇ ਉਹ ਕੁਛ ਇਸ ਤਰ੍ਹਾਂ ਦੇ ਸੀ ਕਿ ਜਿਹੜੇ ਅਸੀਂ ਲੀਗਲੀ ਪੂਰੀ ਰਾਏ ਲੈ ਕੇ ਕਰਨਾ ਚਾਹੁੰਦੇ ਸੀ, ਜਿਹਦੇ ਅੰਦਰ ਸਰਦਾਰ ਮਹਿੰਦਰ ਸਿੰਘ ਖਾਲਸਾ, ਮਨਦੀਪ ਸਿੰਘ ਜਿਹੜੇ ਜੰਮੂ ਤੋਂ ਲਿਆਂਦੇ ਸੀ, ਉਹਨਾਂ ਦੀ ਬੇਲ ਕੱਲ੍ਹ ਲੱਗੀ ਹੋਈ ਆ। ਰਣਜੀਤ ਸਿੰਘ ਜੀ ਨੂੰ ਬਹੁਤ ਕੁੱਟਿਆ ਮਾਰਿਆ ਸੀਗਾ, ਉਹਦੀ ਬੇਲ ਵੀ ਜਿਹੜੀ ਆ ਐਪਲੀਕੇਸ਼ਨ ਕੱਲ੍ਹ ਲੱਗੀ ਸੀ, ਲੇਕਿਨ ਉਹਦੀ ਹੀਅਰਿੰਗ ਅਸੀਂ ਫਰਾਈਡੇ ਕਰਾ ਰਹੇ ਹਾਂ। ਔਰ ਉਸ ਤੋਂ ਬਾਅਦ ਦੀਪ ਸਿੱਧੂ ਦੀ ਅਜੇ ਉਹਦੇ ਮਨਾ ਕਰਤਾ ਸਾਡੇ ਜਿਹੜੇ ਐਡਵੋਕੇਟ ਚੀਮਾ ਸਾਹਿਬ ਨੇ ਕਿ ਅਜੇ ਉਹਦੀ ਨਹੀਂ ਲਗਾਉਣੀ, ਥੋੜ੍ਹੀ ਇੰਤਜ਼ਾਰ ਅਜੇ ਹੋਰ ਕਾਗਜ਼ ਚਾਹੀਦੇ ਨੇ। ਸੋ ਇਸ ਤਰ੍ਹਾਂ ਕਰਕੇ ਜਿਹੜੇ ਲੋਕ ਰਹਿ ਗਏ ਨੇ 10-12 ਉਹਨਾਂ ਦੀ ਸਾਨੂੰ ਉਮੀਦ ਆ ਕਿ ਮੈਕਸੀਮਮ ਤੋਂ ਮੈਕਸੀਮਮ 1 ਹਫ਼ਤੇ ਦੇ ਅੰਦਰ ਸਭ ਦੀ ਜ਼ਮਾਨਤਾਂ ਹੋ ਜਾਣਗੀਆਂ। ਤੁਸੀਂ ਗੱਲ ਕੀਤੀ ਕਿ ਦੀਪ ਸਿੱਧੂ ਹੋਰਾਂ ਲਈ ਤੁਹਾਡੇ ਐਡਵੋਕੇਟ ਨੇ ਐਡਵਾਈਜ਼ ਕੀਤਾ ਜੀ ਕਿ ਅਜੇ ਉਹਨਾਂ ਦੀ ਬੇਲ ਨਹੀਂ ਲਗਾਉਣੀ ਜਾਂ ਕਿਸ ਤਰ੍ਹਾਂ ਜੀ? ਥੋੜ੍ਹਾ ਕਿਉਂਕਿ ਲੋਕ ਸੁਣਨਾ ਚਾਹੁੰਦੇ ਹੋਣਗੇ ਦੀਪ ਸਿੱਧੂ ਹੋਰਾਂ ਬਾਰੇ ਵੀ।
ਜੀ ਬਿਲਕੁਲ ਜੀ, ਸਾਡੇ ਐਡਵੋਕੇਟ ਜਿਹੜੇ ਨੇ ਉਹ RS ਚੀਮਾ ਨੇ, ਜਿਹੜੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬਹੁਤ ਸੀਨੀਅਰ ਐਡਵੋਕੇਟ ਨੇ, ਕ੍ਰਿਮੀਨਲ ਦੇ ਐਕਸਪਰਟ ਨੇ। ਔਰ ਜਿਹੜੀ ਸੱਜਣ ਕੁਮਾਰ ਨੂੰ ਸਜ਼ਾ ਕਰਾਈ ਸੀ ਉਹਦੇ ਅੰਦਰ ਉਹਨਾਂ ਦਾ ਅਹਿਮ ਰੋਲ ਸੀ, ਉਹਨਾਂ ਦੇ ਕਰਕੇ ਹੀ ਸਜ਼ਾ ਹੋਈ ਹੈ। ਸੋ ਅਸੀਂ ਜਿੰਨੇ ਵੀ ਹੁਣ ਤੱਕ ਕੇਸ ਲੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਿਸਟੋਰੀਕਲ ਆ, ਜਿਹੜੀਆਂ ਜ਼ਮਾਨਤਾਂ ਹੋਈਆਂ ਨੇ ਅੱਗੇ ਇਹੀ ਲੋਕ 20-20 ਸਾਲ ਤੱਕ ਜੇਲ੍ਹਾਂ ਤੋਂ ਬਾਹਰ ਨਹੀਂ ਆ ਸਕੇ ਸੀ, ਪਰ ਐਤਕੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜੋ ਪੈਰਵਾਈ ਕੀਤੀ। ਔਰ ਇੱਕ ਖਾਸ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਦਿੱਲੀ ਕਮੇਟੀ ਕੱਲੀ ਐਸੀ ਸੰਸਥਾ ਦੇਸ਼ ਅੰਦਰ ਸ਼ਾਇਦ ਜਿਹਦਾ ਵਕਾਲਤਨਾਮਾ ਵੀ ਦਿੱਲੀ ਕਮੇਟੀ ਦਾ ਹੀ ਲੱਗਦਾ ਹੈ ਕੋਰਟਾਂ ਦੇ ਅੰਦਰ। ਕੋਰਟ 'ਚ ਜਦੋਂ ਵਕਾਲਤਨਾਮਾ ਜਾਂਦਾ ਜਿਸ ਦਿਸ਼ਾ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰ ਜਿਹੜੀ ਕੋਰਟ ਆ ਜ਼ਰੂਰ ਉਸਨੂੰ ਚਿੰਤਾ ਕਰਦੀ, ਕਿਉਂਕਿ ਉਹ ਸਾਡੀ ਉਹਨਾਂ ਨੇ ਇੱਥੇ ਕਾਰਜਸ਼ੈਲੀ ਦੇਖੀ ਹੈ ਔਰ ਇੱਥੇ ਬਹੁਤ ਮਾਣ ਔਰ ਆਦਰ ਮਾਣ ਕਰਦੇ ਨੇ ਸਾਡੀ ਕਮੇਟੀ ਦੇ ਪ੍ਰਤੀ। ਲੋਕਾਂ ਦੀ ਬਹੁਤ ਸ਼ਰਧਾ ਜੁਡੀਸ਼ਰੀ ਦੀ ਵੀ, ਵਕੀਲਾਂ ਦੀ ਵੀ। ਔਰ ਜਿੱਥੇ ਜਿੱਥੇ ਸਾਡੇ ਕੇਸ ਗਏ ਨੇ ਉੱਥੇ ਸੀਨੀਅਰ ਵਕੀਲ ਜਿਹੜੇ ਬਾਰ ਐਸੋਸੀਏਸ਼ਨ ਦੇ ਨੇ ਪ੍ਰੋ ਬੋਨੋ ਬਿਨਾਂ ਕਿਸੇ ਫੀਸ ਤੋਂ ਆ ਕੇ ਖੜੇ ਹੋ ਕੇ ਤੇ ਸਾਡੀ ਸਪੋਰਟ ਕੀਤੀ ਆ। ਸੋ ਸਾਡੇ ਸਾਰੇ ਕੇਸ ਚੀਮਾ ਸਾਹਿਬ ਤੋਂ ਜਦੋਂ ਜਾਂਦੇ ਨੇ ਤੇ ਹੁਣ ਉਹਨਾਂ ਦਾ ਬ੍ਰਦਰ ਵੀ ਨਾਲ ਹੀ ਸੀਗਾ ਪਰਸੋਂ ਜਦੋਂ ਸਾਡੀ ਟੀਮ ਦਿੱਲੀ ਤੋਂ ਗਈ ਸੀਗੀ ਐਡਵੋਕੇਟ ਚੀਮਾ ਸਾਹਿਬ ਨਾਲ ਡਿਸਕਸ਼ਨ ਕਰਨ ਵਾਸਤੇ ਅਗਲੀ ਬੇਲ ਮੈਟਰ ਵਾਸਤੇ। ਉੱਥੇ ਚੀਮਾ ਸਾਹਿਬ ਨੇ ਅਜੇ ਸੁਜੈਸਟ ਕੀਤਾ ਹੈ ਕਿ ਤੁਸੀਂ ਥੋੜੀ ਦੇਰ ਇੰਤਜ਼ਾਰ ਕਰੋ, ਅਜੇ ਦੀਪ ਸਿੱਧੂ ਦੇ ਕੇਸ ਨੂੰ ਨਹੀਂ ਪਾਉਣਾ। ਕੁਝ ਰਿਮਾਂਡ ਡਾਕੂਮੈਂਟ ਔਰ ਕੁਝ ਡਾਕੂਮੈਂਟਾਂ ਦੀ ਹੋਰ ਡਿਮਾਂਡ ਸੀ ਤੇ ਉਹਨਾਂ ਨੇ ਅਜੇ ਜਦੋਂ ਉਹ ਕਹਿਣਗੇ ਉਹਨਾਂ ਦੇ ਡਾਕੂਮੈਂਟ ਤਿਆਰੀ ਕਰਕੇ ਜਦੋਂ ਉਹ ਕਹਿਣਗੇ ਉਦੋਂ ਅਸੀਂ ਦਿੱਲੀ 'ਚ ਫਾਈਲ ਕਰਾਂਗੇ। ਅੱਛਾ, ਵੈਸੇ ਤੁਹਾਡੀ ਕੋਈ ਮੀਟਿੰਗ ਜਾਂ ਮੁਲਾਕਾਤ ਹੋਈ ਹੋਵੇ ਜਾਂ ਗੱਲਬਾਤ ਹੋਈ ਹੋਵੇ ਦੀਪ ਸਿੱਧੂ ਹੋਰਾਂ ਨਾਲ? ਜੀ ਮੇਰੀ ਬਿਲਕੁਲ ਗੱਲ ਹੋਈ ਸੀ ਜੀ, ਜਿਸ ਦਿਨ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ 'ਚ ਲੈ ਕੇ ਜਾਇਆ ਜਾ ਰਿਹਾ ਸੀ ਉਸ ਦਿਨ ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਫੋਨ ਤੇ ਮੇਰੀ ਗੱਲ ਕਰਾਈ ਸੀ। ਅੱਛਾ, ਸੇਮ ਡੇ ਜਿਸ ਦਿਨ ਅਰੈਸਟ ਹੀ ਕੀਤਾ ਗਿਆ? ਨਹੀਂ, ਜਿਸ ਦਿਨ ਅਰੈਸਟ ਨਹੀਂ, ਜਿਸ ਦਿਨ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਗਿਆ। ਅੱਛਾ, ਜੇਲ੍ਹ 'ਚ ਰਿਮਾਂਡ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਹੈ ਉਸ ਦਿਨ ਮੇਰੀ ਗੱਲ ਹੋਈ ਸੀਗੀ ਔਰ ਬੜੀ ਚੜ੍ਹਦੀ ਕਲਾ ਸੀ, ਕੋਈ ਗੱਲ ਨਹੀਂ। ਔਰ ਉਹਨਾਂ ਨੂੰ ਅਸੀਂ ਆਸ਼ਵਾਸਨ ਦਿੱਤਾ ਕਿ ਜੋ ਵੀ ਬੀਇੰਗ ਦਾ ਗੁਰਦੁਆਰਾ ਕਮੇਟੀ ਸਾਡੀ ਸਿੱਖਾਂ ਦੀ ਇੱਕ ਸੰਸਥਾ ਹੈ ਔਰ ਕੋਈ ਪੰਜਾਬੀ ਦੇਸ਼ ਦਾ ਕੋਈ ਸਾਡਾ ਕਿਤੇ ਆ ਕੇ ਦਿੱਲੀ 'ਚ ਫਸਿਆ ਹੋਵੇ ਸਾਡਾ ਫਰਜ਼ ਬਣਦਾ, ਅਖਲਾਕੀ ਫਰਜ਼ ਬਣਦਾ ਹੈ। ਔਰ ਅਸੀਂ ਪਾਰਟੀ ਪੱਧਰਾਂ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ, ਭਾਵੇਂ ਸਾਨੂੰ ਕਿਸੇ ਐਕਸਟੈਂਡ ਤੱਕ ਵੀ ਜਾਣਾ ਪਵੇ। ਸਰਕਾਰ ਨੇ ਬਹੁਤ ਸਾਡੇ ਤੇ ਹਮਲੇ ਕੀਤੇ, ਟੀਵੀਆਂ ਤੇ ਉੱਤੇ ਬਹੁਤ ਸਾਡੇ ਬਾਰੇ ਮਾੜਾ ਚੰਗਾ ਬੋਲਿਆ ਗਿਆ, ਦੇਸ਼ ਦਰੋਹੀ ਕਿਹਾ ਗਿਆ, ਜੋ ਕਹਿ ਸਕਦੇ ਸੀ ਕਿਹਾ, ਪਰ ਅਸੀਂ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡ ਸਕਦੇ। ਸਾਨੂੰ ਸਭ ਤੋਂ ਪਿਆਰੇ ਆਪਣੇ ਭਰਾ ਨੇ ਪਹਿਲਾਂ। ਅੱਛਾ, ਕਿਸਾਨ ਜਥੇਬੰਦੀਆਂ ਦੇ ਨਾਲ ਤੁਹਾਡੀ ਰੈਗੂਲਰ ਬੇਸਿਸ ਦੇ ਉੱਤੇ ਗੱਲ ਹੁੰਦੀ ਰਹਿੰਦੀ ਹੋਣੀ ਹੈ, ਕੀ ਮਨੋਦਸ਼ਾ ਜੀ ਇਸ ਵੇਲੇ, ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਤੁਰਿਆ ਜਾ ਰਿਹਾ ਜੀ? ਨਹੀਂ, ਕਿਸਾਨ ਜਥੇਬੰਦੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਅੱਗੇ ਤੋਰਿਆ। ਹਾਲਾਂਕਿ 26 ਜਨਵਰੀ ਨੂੰ ਇੱਕ ਬਹੁਤ ਥੱਲੇ, ਬਿਲਕੁਲ ਥੱਲੇ ਪੱਧਰ ਤੇ ਪਹੁੰਚ ਗਏ ਸੀ ਅੰਦੋਲਨ, ਲੇਕਿਨ ਫਿਰ ਹੁਣ ਇਸ ਵੇਲੇ ਖਾਲੀ ਪਹਿਲਾਂ ਬਾਰਡਰਾਂ ਦੇ ਉੱਤੇ ਸੀ। ਇਨਫੈਕਟ ਮੈਂ ਕਹੂੰਗਾ ਹੁਣ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਅੰਦਰ ਲੈ ਗਏ ਨੇ, ਭਾਵੇਂ ਉਹ ਬੰਗਾਲ ਹੋਵੇ, ਕਲਕੱਤਾ ਹੋਵੇ, ਚਾਹੇ ਮੱਧ ਪ੍ਰਦੇਸ਼, ਮਹਾਰਾਸ਼ਟਰਾ, ਹਰਿਆਣੇ ਦੇ ਅੰਦਰ। ਤੇ ਕੱਲ ਸਰਕਾਰ ਦੀ ਬਹੁਤ ਵੱਡੀ ਚੁਣੌਤੀ ਹੈ, ਸ਼ਾਇਦ ਪਤਾ ਨਹੀਂ ਬਚਾ ਪਾਉਣਗੇ ਜਾਂ ਨਹੀਂ, ਇਸ ਹਾਲਾਤ ਤੱਕ ਲਿਆ ਦਿੱਤੀ ਕਿਸਾਨਾਂ ਨੇ। ਸੋ ਬਹੁਤ ਵੱਡੀ ਲੜਾਈ ਲੜ ਰਹੇ ਕਿਸਾਨ ਜਥੇਬੰਦੀਆਂ ਨੇ ਤੇ ਬਿਲਕੁਲ ਉਹਨਾਂ ਨੂੰ ਡੈਫੀਨੇਟਲੀ ਇਸ ਗੱਲ ਦੀ ਵਧਾਈ ਦਿੰਦਾ ਹੈ ਕਿ ਜਿਸ ਪੱਧਰ ਤੇ ਆ ਗਏ ਸੀ ਉਸ ਪੱਧਰ ਤੋਂ ਵਾਪਸ ਆਉਣਾ ਔਰ ਫਿਰ ਉਸੇ ਉੱਡਾ ਹੀ ਜਾ ਕੇ ਅੰਦੋਲਨ ਖੜਾ ਕਰਨਾ। ਔਰ ਇਹਦੇ ਅੰਦਰ ਮੈਂ ਰਾਕੇਸ਼ ਟਕੇਤ ਨੂੰ ਸਲਾਮ ਕਰਦਾ, ਉਹਦਾ ਬਹੁਤ ਵੱਡਾ ਯੋਗਦਾਨ ਆ। ਸਾਨੂੰ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 26 ਜਨਵਰੀ ਤੇ ਦੇਸ਼ਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਉਸ ਦਿਨ ਬਹੁਤ ਸਾਰੇ, ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿੰਦਾ, ਲੇਕਿਨ ਸਭ ਨੂੰ ਪਤਾ ਕਿਸੇ ਦੇ ਪੈਰ ਨਹੀਂ ਲਾਏ, ਸਾਰੇ ਜਥੇਬੰਦੀਆਂ ਵੀ ਹਿੱਲੀਆਂ ਪਈਆਂ ਸੀ, ਡਰ ਚੁੱਕੇ ਸੀ, ਇੱਕਦਮ ਡਰ ਦਾ ਪੂਰੇ ਸ਼ਹਿਰ 'ਚ ਮਾਹੌਲ ਸੀ ਦੇਸ਼ ਅੰਦਰ। ਲੇਕਿਨ ਉਸ ਵੇਲੇ ਰਾਕੇਸ਼ ਟਕੈਤ ਨੇ ਜਿਹੜਾ ਪੈਰ ਲਾਏ ਔਰ ਉਹਨੇ ਡਟ ਕੇ ਕਿਹਾ ਵੀ ਇਹ ਸਿੱਖਾਂ ਨੂੰ ਤੁਸੀਂ ਬਦਨਾਮ ਨਾ ਕਰੋ, ਇਹ ਫਰਿਸ਼ਤੇ ਨੇ, ਇਹ ਦੇਸ਼ ਦੇ ਅੰਦਰ ਸਭ ਤੋਂ ਵੱਡੇ ਦੇਸ਼ ਪ੍ਰਸਤ ਨੇ, ਉਹਨਾਂ ਨੂੰ ਤੁਸੀਂ ਮਾੜਾ ਨਾ ਕਹੋ। ਔਰ ਉਹਦੇ ਇਹ ਸਟੈਂਡ ਦੇ ਕਰਕੇ ਬਹੁਤ ਵੱਡਾ ਮੋੜ ਆ ਪਿਆ ਹੈ। ਸਰ ਸਾਹਿਬ, ਇੱਥੇ ਜਿਹੜੇ ਲੋਕਲ ਦਿੱਲੀ ਦੇ ਵਸਨੀਕ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਜੀ? ਕਿਉਂਕਿ ਕਈ ਵਾਰ ਇਹ ਵੀ ਇੰਪ੍ਰੈਸ਼ਨ ਆਉਂਦਾ ਕਿ ਪੰਜਾਬ ਤੋਂ ਜਾਂ ਹੋਰ ਅਲੱਗ-ਅਲੱਗ ਸੂਬਿਆਂ ਤੋਂ ਉੱਠ ਕੇ ਆ ਕੇ ਲੋਕ ਦਿੱਲੀ ਦੇ ਬਾਰਡਰਸ ਤੇ ਬੈਠ ਗਏ ਨੇ ਤੇ ਉੱਥੇ ਜਿਹੜੇ ਲੋਕਲ ਲੋਕ ਆ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੋਏਗੀ। ਦੱਸੋ, ਲੋਕ ਉੱਥੇ ਜਿਹੜੀ ਲੋਕਲ ਪਰੇਸ਼ਾਨੀ ਹੋ ਰਹੀ ਹੈ, ਨਹੀਂ ਹੋ ਰਹੀ, ਲੇਕਿਨ ਬਦਨਾਮੀ ਹੋ ਰਹੀ ਹੈ। ਸਾਡੀ ਪਰੇਸ਼ਾਨੀ ਕਿਸੇ ਦਾ ਕੋਈ ਮਤਲਬ ਨਾ, ਕੋਈ ਰਸਤੇ ਐਸੇ ਬੰਦ ਨੇ, ਲੇਕਿਨ ਸਾਡੀ ਬਦਨਾਮੀ ਹੈ ਕਿਉਂਕਿ ਟੀਵੀ ਚੈਨਲ ਜਿਹੜੇ ਸਾਨੂੰ ਪੂਰਾ ਬਦਨਾਮ ਕਰਨ ਤੇ ਹੈ, ਪੂਰਾ ਜੀ ਜਾਨ ਲਗਾ ਰੱਖੀ ਉਹਨਾਂ ਚੈਨਲਾਂ ਨੇ ਔਰ ਸਰਕਾਰ ਦੇ ਉਹਦੇ ਅੰਦਰ ਬਹੁਤ ਵੱਡਾ ਯੋਗਦਾਨ ਹੈ। ਔਰ ਸਰਕਾਰ ਦੇ ਜਿੰਨੇ ਮੰਤਰੀ ਸੀ ਆ ਕੇ ਬਾਰ-ਬਾਰ ਇਹੀ ਕਹਿੰਦੇ ਸੀਗੇ कि ये तो देखो, ये तो इनका मंशा ही कुछ और है, ये तो खाली पंजाब का अंदोलन है, ये तो खाली खराब करने के लिए अंदोलन है। तो उन्होंने बहुत सारा करने पर की कोशिश की है, जहर भी की और लोगों की जहर भरी आ, साढ़े भी कोशिशें जारी रही लड़ते हैं और खुद लोगों के अखा शर्मसार होना महसूस हो गए गलत साढ़े बारे प्रचार हो। ਪਰ ਜਿਹੜੇ ਨੌਨ ਸਿੱਖ ਲੋਕ ਨੇ ਜੀ, ਜਿਹੜੇ ਸਿੱਖ ਧਰਮ ਨੂੰ ਬਿਲੋਂਗ ਨਹੀਂ ਕਰਦੇ, ਉਹਨਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕਲ ਲੋਕ ਹੈ, ਉਹਨਾਂ ਦਾ ਕੋਈ ਤੁਸੀਂ ਪ੍ਰਭਾਵ ਦੇਣਾ ਚਾਹੋ, ਉਹ ਕੀ ਸੋਚਦੇ ਨੇ ਜੀ ਇਹਦੇ ਬਾਰੇ? ਦੇਖੋ, ਜਿਹੜੇ ਸਮਝਦਾਰ ਲੋਕ ਨੇ, ਜਿਹੜੇ ਹੁਣ ਕੋਈ ਪਾਰਟੀ ਨਾਲ ਜੁੜੇ ਨੇ, ਠੀਕ ਹੈ, ਉਹਨਾਂ ਸੋਚੀ ਜਾਣਾ, ਲੇਕਿਨ ਸਮਝਦਾਰ ਲੋਕ ਜਿਹੜੇ 100% ਸਾਡੇ ਨਾਲ ਨੇ, ਤਾਂ ਹੀ ਹਰ ਬਾਰ ਐਸੋਸੀਏਸ਼ਨ ਦੇ ਵਕੀਲ ਜਿਹੜੇ ਨੇ ਡਟ ਕੇ ਖੜੇ ਹੋਏ ਸਾਡੇ ਨਾਲ। ਹਿੰਦੂ ਨੇ, ਕੋਈ ਜਾਟ ਸੀਗਾ, ਪਰ ਉਹਨਾਂ ਨੇ ਇੱਕੋ ਗੱਲ ਕਹੀ ਜਾ ਕੇ ਕੋਰਟਾਂ ਦੇ ਅੰਦਰ ਕਿ ਅਸੀਂ
ਭਾਵੇਂ ਅਸੀਂ ਇਹਨਾਂ ਨੂੰ ਇਹ ਕਿਸਾਨ ਅੰਦੋਲਨ ਸਿੱਖ ਅੰਦੋਲਨ ਬਣਾ ਕੇ ਤੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਸੀਂ ਸਾਰੀ ਬਾਰ ਐਸੋਸੀਏਸ਼ਨ ਇਹਨਾਂ ਦੇ ਵਾਸਤੇ ਸਪੋਰਟ 'ਚ ਆਏ ਹਾਂ, ਇਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਅਸੀਂ ਪ੍ਰੋ ਬੋਨੋ ਆਏ, ਕੋਈ ਫੀਸ ਲੈ ਕੇ ਨਹੀਂ ਆਏ। ਸੋ ਇਸ ਤਰ੍ਹਾਂ ਦਾ ਇੰਪਰੈਸ਼ਨ ਦੇ ਕੇ ਉਹਨਾਂ ਨੇ ਸਾਰੀ ਜੁਡੀਸ਼ਰੀ ਨੂੰ ਮੈਸੇਜ ਦਿੱਤਾ ਕਿ ਇਹਨਾਂ ਨੂੰ ਬਦਨਾਮ ਨਾ ਕੀਤਾ ਜਾਵੇ। ਬਹੁਤ ਸਾਰੇ ਲੋਕ ਮੈਂ ਕਹੂੰਗਾ ਕਿ ਬਹੁਤ ਗਿਣਤੀ ਲੋਕ ਜਿਹੜੇ ਨੇ ਉਹ ਸਾਡੇ ਹੱਕ 'ਚ ਨੇ, ਲੇਕਿਨ ਭਾਜੀ ਹਰ ਬੰਦੇ ਦੀ ਹਰ ਪਾਰਟੀ 'ਚ ਲੋਕ ਹੁੰਦੇ ਨੇ ਜਿਹੜੇ ਸਿਰਫ ਮੈਂ ਕਹੂੰਗਾ ਕਿ ਗਧੇ ਹੁੰਦੇ ਨੇ, ਜਿਨ੍ਹਾਂ ਦੀ ਗਧਿਆਂ ਤੋਂ ਜ਼ਿਆਦਾ ਕੋਈ ਸੋਚ ਨਹੀਂ ਹੁੰਦੀ। ਜਿੱਧਰ ਨੂੰ ਪਾਰਟੀ ਅੱਕ ਕੇ ਲੈ ਜਾਂਦੀ ਉੱਧਰ ਨੂੰ ਤੁਰ ਪੈਂਦੇ ਨੇ, ਉਹ ਵੀ ਲੋਕ ਹੈਗੇ ਨੇ। ਹੁਣ ਉਹਨਾਂ ਦਾ ਅਸੀਂ ਕੁਛ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਦੋਸਤੋ ਇੱਕ ਲਾਸਟ ਕਾਲ ਲਵਾਂਗੇ ਤੇ ਫਿਰ ਅਸੀਂ ਸਮਾਪਤ ਕਰਦੇ ਹਾਂ ਸਾਡੀ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਨਾਲ ਇਸ ਗੱਲਬਾਤ ਨੂੰ। ਹਾਂਜੀ, ਨੈਕਸਟ ਕਾਲਰ ਸਾਡੇ 4488। ਮਾਫੀ ਚਾਹੁੰਦਾ ਜੀ, ਕਾਫੀ ਦੇਰ ਹੋਲਡ ਰੱਖਣਾ ਪਿਆ। ਕੌਣ ਸਾਹਿਬ ਬੋਲ ਰਹੇ ਨੇ ਜੀ? ਹਾਂਜੀ, ਕੋਈ ਗੱਲ ਨਹੀਂ, ਹਰਜੀਤ ਸਿੰਘ ਬੋਲ ਰਿਹਾ ਜੀ। ਪਹਿਲਾਂ ਤੇ ਤੁਹਾਨੂੰ ਤੇ ਸਿਰਸਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਿਰਸਾ ਸਾਹਿਬ ਬਹੁਤ ਵਧੀਆ ਕਰ ਰਹੇ ਜੇ ਤੇ ਬਹੁਤ ਹੀ ਅਪਰੀਸ਼ੀਏਬਲ ਆ। ਤੇ ਨਾਲ ਥੋੜਾ ਜਿਹਾ ਐਜੂਕੇਸ਼ਨ ਤੇ ਵੀ ਕਰੋ, ਕੋਈ ਪ੍ਰੋਫੈਸ਼ਨਲ ਕਾਲਜ ਜਿੱਦਾਂ ਕੋਈ ਮੈਡੀਕਲ ਕਾਲਜ ਜਾਂ ਆਪਣੇ ਜਿੰਨੇ ਉੱਥੇ ਸਿੱਖ ਨੇ ਪ੍ਰੈਫਰੇਬਲੀ ਉਹਨਾਂ ਨੂੰ ਕੋਈ IAS IPS ਦੀ ਕੋਚਿੰਗ ਲਈ ਵੀ ਕਰੋ ਹੋਰ ਉਪਰਾਲਾ ਤੇ ਬਹੁਤ ਵਧੀਆ ਹੋਏਗਾ। ਤੁਹਾਨੂੰ ਮਹਾਰਾਜ ਨੇ ਸੇਵਾ ਬਖਸ਼ੀ, ਵਧੀਆ ਕਰੋ ਜੀ, ਬਹੁਤ ਵਧੀਆ। ਸ਼ੁਕਰੀਆ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਹਾਂਜੀ ਸਿਰ ਸਾਹਿਬ, ਜਿਵੇਂ ਮੈਂ ਵੀ ਗੱਲ ਕੀਤੀ ਸੀ ਕਿ ਅਸੀਂ ਸੁਝਾਅ ਇਹਨਾਂ ਦੇ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਬਹੁਤ ਅੱਛਾ ਸੁਝਾਅ ਹੈ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਜ਼ਰੂਰ ਸਾਡਾ ਇਹ 'ਚ ਸਹਿਯੋਗ ਕਰਨਾ ਚਾਹੀਦਾ ਹੈ। ਅਸੀਂ ਇਹ ਕੰਮ ਸ਼ੁਰੂ ਕਰਤਾ ਹੈ। ਅਸੀਂ IAS IPS ਬਣਾਉਣ ਵਾਸਤੇ ਲੋਕ ਕੋਚਿੰਗ ਸੈਂਟਰ ਖੋਲ੍ਹਦੇ, ਅਸੀਂ ਕੋਚਿੰਗ ਸੈਂਟਰ ਹਾਇਰ ਕੀਤੇ ਨੇ ਜਿਨ੍ਹਾਂ ਨੇ IAS IPS ਬਣਾਏ ਨੇ। ਅਸੀਂ ਇੰਸਟੀਚਿਊਟ ਨਹੀਂ ਬਣਾਉਣਾ, ਅਸੀਂ IAS IPS ਬਣਾਉਣੇ ਆ। ਤੇ ਗੁਰੂ ਸਾਹਿਬ ਦੀ ਰਹਿਮਤ ਸਦਕੇ ਅਸੀਂ ਜਿਹੜਾ ਬੱਚੇ ਅਡਾਪਟ ਕੀਤਾ ਹੈ, ਉਹ ਬੱਚੇ ਪ੍ਰਾਇਮਰੀ ਜਿਹੜੇ ਪ੍ਰੀਲਿਮਸ ਐਗਜ਼ਾਮਸ ਨੇ, ਪਹਿਲਾ ਐਗਜ਼ਾਮ ਹੁੰਦਾ ਜਿਹੜਾ, ਉਹਨੂੰ ਪਾਸ ਵੀ ਕਰ ਗਿਆ ਬੱਚਾ। ਔਰ ਸਾਨੂੰ ਉਮੀਦ ਹੈ ਕਿ ਪਹਿਲੇ ਸਾਲ ਅੰਦਰ ਹੀ ਅਸੀਂ ਜਿਹੜਾ ਗੁਰਸਿੱਖ ਬੱਚਾ ਪੂਰਾ, ਔਰ ਉਸਨੂੰ IAS ਬਣਾ ਕੇ IPS ਬਣਾ ਕੇ ਦੇਸ਼ ਨੂੰ ਦੱਸਣਾ ਕਰਾਂਗੇ ਕਿ ਸਿੱਖ ਜਿਹੜੇ ਨੇ ਉਹ ਇੱਕ ਫੀਲਡ ਅੰਦਰ ਹੀ ਨਹੀਂ ਬਲਕਿ ਹਰ ਫੀਲਡ 'ਚ ਐਕਸਲ ਕਰਦੇ ਨੇ। ਸੋ ਦਿੱਲੀ ਕਮੇਟੀ ਦਾ ਇਹ ਵੀ ਬਹੁਤ ਵੱਡਾ ਉਪਰਾਲਾ, ਔਰ ਅਸੀਂ ਇਸ ਕੰਮ ਤੇ ਵੀ ਲੱਗੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ IAS IPS ਔਰ ਜੁਡੀਸ਼ਰੀ ਵੀ ਲੈ ਕੇ ਆਉਣਾ ਹੈ। ਮਨਜਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਤੁਸੀਂ ਸਮਾਂ ਕੱਢਿਆ। ਤੇ ਇੱਕ ਵਾਰ ਫਿਰ ਜਿੱਥੇ ਅਸੀਂ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹੋਰ ਉਪਰਾਲੇ ਜਿਹੜੇ ਆ ਤੁਸੀਂ ਪਰਸਨਲ ਤੌਰ ਦੇ ਉੱਤੇ ਵੀ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਕਰਦੇ ਰਹੋਗੇ। ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ, ਕਈ ਵਾਰ ਹੁੰਦਾ ਜਿਵੇਂ ਗੱਲ ਹੋ ਰਹੀ ਸੀ ਕਿ ਸਿਆਸੀ ਤੌਰ ਦੇ ਉੱਤੇ ਜਦੋਂ ਤੁਹਾਡੀ ਐਫੀਲੀਏਸ਼ਨ ਹੁੰਦੀ ਹੈ ਕਿਸੇ ਪਾਰਟੀ ਦੇ ਨਾਲ ਤਾਂ ਉਹ ਕਈ ਵਾਰ ਇੰਪਰੈਸ਼ਨ ਲੋਕਾਂ 'ਚ ਡਿਫਰੈਂਟ ਬਣੇ ਹੁੰਦੇ ਨੇ, ਪਰ ਤੁਸੀਂ ਕਾਫੀ ਵਧੀਆ ਸੇਵਾਵਾਂ ਨਿਭਾਉਂਦੇ ਹੋਏ ਔਰ ਜਿੱਥੇ ਕਿਤੇ ਵੀ ਕਿਸੇ ਵੀ ਆਪਣੇ ਜਿਹੜੇ ਕੋਈ ਲੋਕ ਨੇ ਕਿਸੇ ਵੀ ਖਿੱਤੇ ਨਾਲ, ਕਿਸੇ ਵੀ ਕਾਰੋਬਾਰ ਨਾਲ ਜਾਂ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਲੋਕਾਂ ਨਾਲ ਕਈ ਵਾਰੀ ਜਦੋਂ ਗੱਲ ਕਰਦੇ ਹਾਂ ਤਾਂ ਤੁਹਾਡੇ ਬਾਰੇ ਕਾਫੀ ਵਧੀਆ ਇੰਪਰੈਸ਼ਨ ਸਾਹਮਣੇ ਆਉਂਦਾ। ਸੋ ਇਸ ਗੱਲ ਦੇ ਲਈ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਇਹ ਵਿਸ਼ਵਾਸ ਹੈ ਉਹਨੂੰ ਬਰਕਰਾਰ ਰੱਖੋਗੇ ਤੁਸੀਂ ਵੀ ਔਰ ਆਪਣੀ ਟੀਮ ਦੇ ਤੌਰ ਦੇ ਉੱਤੇ ਵੀ। ਜੀ ਬਿਲਕੁਲ ਜੀ, ਬਹੁਤ ਬਹੁਤ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈਂਦੇ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਇਹ ਸਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰੀ, ਪ੍ਰੈਜ਼ੀਡੈਂਟ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਤੇ ਉਹਨਾਂ ਦੇ ਨਾਲ ਜਿੱਥੇ ਅਸੀਂ ਜਿਹੜਾ ਇਸ ਵੇਲੇ ਦਿੱਲੀ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਡਾਇਲਿਸਿਸ ਹਸਪੀਟਲ ਓਪਨ ਹੋਇਆ ਉਹਦੇ ਬਾਰੇ 'ਚ, ਤੇ ਜਾਂ ਨਾਲ ਦੀ ਨਾਲ ਜੋ ਇਸ ਵੇਲੇ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਲੋਕਾਂ ਨੂੰ ਜ਼ਮਾਨਤਾਂ ਕਰਵਾਉਣ ਦੇ ਵਿੱਚ ਜਿਸ ਤਰੀਕੇ ਦੀ ਮੈਨੇਜਮੈਂਟ ਕਮੇਟੀ ਵੱਲੋਂ ਭੂਮਿਕਾ ਨਿਭਾਈ ਗਈ ਹੈ ਉਹਦੇ ਬਾਰੇ 'ਚ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਕੀਤੀ। ਸਮਾਂ ਇਸ ਵੇਲੇ 2:40 ਹੋ ਗਏ ਨੇ। ਕੁਛ ਇੱਕ ਸੰਦੇਸ਼ਾਂ ਤੋਂ ਬਾਅਦ ਦੁਬਾਰਾ ਵਾਪਸ ਜੁੜਦੇ ਹਾਂ। ਹਰਜਿੰਦਰ ਗਿੱਲ ਸ਼ੋ 1350 AM ਦੇ ਉੱਪਰ। You are listening to the Harjinder Gill Show, Rams Punjabi, only on 1350 AM. इश्तिहार है तब व्यापार है। अपना बिजनेस प्रमोट करने लिए संपर्क करो 647 400 68 647 400 6862 G Media Group. For all our latest updates, please subscribe G Media Group YouTube channel and press the bell icon.